अव्वल अल्लाह नूर पाया कुदरत के सब बंदे। एक नूर पे सब जग उपजया कौन भले को बंदे। ਕੁਦਰਤ ਤੇ ਰੱਬ ਦੋਹੇ ਹੀ ਬੜੇ ਅਹਿਮ ਸ਼ਬਦ ਨੇ। ਸਦੀਆਂ ਤੋਂ ਮਨੁੱਖ ਕੁਦਰਤ ਨੂੰ ਪੂਜਦਾ ਆਇਆ। ਕਾਰਨ ਕੋਈ ਵੀ ਹੋਵੇ, ਇਸ ਤੋਂ ਬਿਨਾਂ ਕਿਸੇ ਦੀ ਹੋਂਦ ਨਹੀਂ ਹੋ ਸਕਦੀ। ਚਲੋ ਅੱਜ ਤੁਹਾਨੂੰ ਕੁਦਰਤ ਦੇ ਨੇੜੇ ਲੈ ਕੇ ਜਾਂਦੇ ਹਾਂ। श्री गुरु ग्रंथ साहिब च लिखिया है, बलहारे कुदरत वसिया तेरा अंत ना जाए लिखिया। चलो फिर अज इसे कुदरत की उस्तत करते हैं तो तुहानू श्री गुरु ग्रंथ साहिब बाग च घुमाने ते देखते हैं कि यह बनस्पत किन्नी क अनमोल है, जिन्हों असी भुलते जाने या कह लो कि जिद तो असी विछड़ते जाने। सत श्रीकाल, मैं जतिंदर सिंह खैरा और मैं पहुंच चुकिया हाँ गुरुद्वारा श्री गुरु साहब। पिंड हैगा जी पत्तो हीरा सिंह। और आपां जिहड़ी गल कीती सी कि श्री गुरु ग्रंथ साहिब दे आधारित बनस्पत दी जिहड़ी है इत्थे विख्यान उगाया होया वो बनस्पत बूटे लगे ने, यानी कि श्री गुरु ग्रंथ साहिब बाग है इत्थे। सो किहड़े किहड़े बूटे दर्ज ने, उन्हां दी की महत्ता आ, उन्हां सारियां बारे मैं गल्लां करदा तो तुहानूं दसदा फिरूंगा कि किहड़ा किहड़ा बूटा कदों कदों ते किस तरीके दे नाल महत्व रखता है। इहदे नाल ही मैं एक छोटी जी गल कहना, फिर उस तो बाद मैं शुरू करदा इस बाग दा टूर। जे असीं बाबे नानक दा 12 माह तुखारी पढ़ीए ना, तो मैनूं लगदा कि कुदरत दे इन्ने सोहणे तरीके नाल बखूबे तरीके दे नाल उन्हां दा वर्णन है कुदरत दे हर महीने दा, कि हर महीने दे विच कुदरत किवें अपने आप नूं नवां पासा दिंदी है। सो कोशिश है कि उहनूं भी इहदे नाल रिलेट करां। सो चलदे हां। ਇਹ ਸੋਚ ਐ ਬਣੀ ਜੀ, ਅਸੀਂ ਇੱਥੇ ਪੈਡਲਸ ਪੱਤੋ ਇਕੋ ਟਰੀ ਐਂਡ ਲੈਂਡਸਕੇਪ ਸੁਸਾਇਟੀ 2012 ਤੋਂ ਅਸੀਂ ਕੰਮ ਕਰ ਰਹੇ ਸੀ ਅਤੇ ਬੂਟੇ ਲਾਉਣ ਦਾ, ਵਾਤਾਵਰਣ ਦਾ ਕੰਮ ਕਰ ਰਹੇ ਸੀ। 14 ਦੇ ਵਿੱਚ ਸਾਡੇ ਨਾਲ ਇਕੋ ਸਿੱਖ ਸੰਸਥਾ ਜਿਹੜੀ ਜੁੜੀ, ਕਾਫੀ ਕੰਮ ਅਸੀਂ ਆਪਸ ਵਿੱਚ ਰਾਏ ਮਸ਼ਵਰੇ ਨਾਲ ਕਰਦੇ ਰਹੇ। ਤਾਂ ਫਿਰ ਜਦੋਂ ਪਹਿਲੇ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਆ ਰਿਹਾ ਸੀ, ਉਦੋਂ ਉਹਨਾਂ ਕੋਲ ਇਹ ਸੋਚ ਬਣੀ। ਡਾਕਟਰ ਰਾਜਵੰਤ ਸਿੰਘ ਜਿਹੜੇ ਪ੍ਰੈਜ਼ੀਡੈਂਟ ਨੇ ਆਪਣੇ ਇਕੋ ਸਿੱਖ ਦੇ, ਉਹਨਾਂ ਕੋਲ ਸੋਚ ਬਣੀ ਵੀ ਆਪਾਂ ਗੁਰੂ ਨਾਨਕ ਬਾਗ ਬਣਾਈਏ। ਅਤੇ ਉਹਦੇ ਵਿੱਚ ਸੋਚ ਆਈ ਵੀ ਆਪਾਂ ਗੁਰੂ ਨਾਨਕ ਬਾਗ ਬਣਾਉਂਦੇ ਬਣਾਉਂਦੇ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਬਾਗ ਬਣਾਈਏ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਸਾਰੇ ਹੀ ਬੂਟੇ, ਸਾਰੀ ਪ੍ਰਜਾਤੀਆਂ, ਜਿਹਦੇ ਵਿੱਚ ਝਾੜ ਵੀ ਆ, ਫਲਦਾਰ ਬੂਟੇ ਵੀ ਆ, ਛਾਂ ਵਾਲੇ ਬੂਟੇ ਵੀ ਆ, ਮੈਡੀਸਨ ਪਲਾਂਟ ਵੀ ਆ ਅਤੇ ਫਸਲੀ ਬੂਟੇ ਵੀ ਆ, ਉਹ ਸਾਰੇ ਆਪਾਂ ਇੱਕ ਜਗ੍ਹਾ 'ਤੇ ਲਾਈਏ, ਜਿਹਦੇ ਨਾਲ ਸੰਗਤਾਂ ਨੂੰ ਵੀ, ਸਾਡੀ ਸਿੱਖੀ ਸੋਚ ਨੂੰ ਵੀ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਨੂੰ ਵੀ ਬੜਾਵਾ ਮਿਲੇ। ਅਤੇ ਜਿਹਨੇ ਇਹਦੇ ਬਾਰੇ ਜਾਣਕਾਰੀ ਲੈਣੀ ਆ ਜਾਂ ਕੋਈ ਰਿਸਰਚ ਕਰਨੀ ਆ, ਉਹ ਇੱਕ ਸਪੋਟ 'ਤੇ ਆਵੇ ਅਤੇ ਸਾਰੀ ਚੀਜ਼ ਦੇਖ ਲਵੇ। ਉਹਨਾਂ ਦਾ ਹੀ ਆਈਡੀਆ ਸੀ ਅਤੇ ਉਹਨਾਂ ਨੇ ਫਿਰ ਸਾਡੇ ਨਾਲ ਗੱਲ ਕੀਤੀ। ਅਸੀਂ ਕਿਹਾ ਠੀਕ ਆ ਜੀ, ਸਾਡੇ ਕੋਲ ਜਗ੍ਹਾ ਤਕਰੀਬਨ ਤਿਆਰ ਹੀ ਆ ਅਤੇ ਆਪਾਂ ਕਿਉਂ ਨਾ ਇਹ ਕੰਮ ਕਰੀਏ। ਅਤੇ ਅਸੀਂ ਫਿਰ ਇਹ 17 ਤੋਂ ਇਸ ਪ੍ਰੋਜੈਕਟ ਨੂੰ ਲੈ ਕੇ ਚੱਲੇ ਹੋਏ ਹਾਂ। ਗੁਰੂ ਗ੍ਰੰਥ ਸਾਹਿਬ ਬਾਗ ਬਣ ਰਿਹਾ ਇਹ। ਅਤੇ ਇਹਦੇ 'ਚ ਮੇਨ ਇਹ ਹੈ ਜੀ, ਜਦੋਂ ਤੁਸੀਂ ਇਹ ਬੂਟੇ ਲਾ ਰਹੇ ਹੋ ਨਾ, ਜਿੱਦਾਂ ਹੁਣ ਆਪਾਂ ਸਿੱਖੀ ਬਾਰੇ ਜਾਣਨਾ ਆਮ ਹੈਗਾ, ਜਿੱਦਾਂ ਬੇਰ ਸਾਹਿਬ ਹੋ ਗਿਆ, ਅੰਬ ਸਾਹਿਬ ਹੋ ਗਿਆ, ਪਲਾਹੀ ਸਾਹਿਬ ਹੋ ਗਿਆ, ਗੁਰਦੁਆਰਾ ਹੈਗੇ ਸਾਰੇ ਬੂਟਿਆਂ ਦੇ ਨਾਂ 'ਤੇ, ਪਰ ਉਹ ਇਕੱਲੇ ਇਕੱਲੇ ਨੇ।
ਤੇ ਇੱਥੇ ਨਾਲ ਅਸੀਂ ਸ਼ਬਦ ਗੁਰੂ ਸਾਹਿਬ ਦੀ ਕਿਰਪਾ ਨਾਲ ਲਾਇਆ, ਜਿਹਦੇ ਚੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੱਥੇ ਅੰਕਿਤ ਹੈ ਇਹ ਸ਼ਬਦ, ਜਿਹਦੇ 'ਚ ਇਹ ਬੂਟੇ ਦਾ ਵਰਣਨ ਆ, ਫਿਰ ਇਹੀ ਬੂਟਾ ਕਿਉਂ ਵਰਣਨ ਆ, ਉਹਦੇ ਵਾਸਤੇ ਆਪਾਂ ਡੀਪਲੀ ਹੋਰ ਰਿਸਰਚ ਕਰ ਸਕਦੇ ਹਾਂ। ਤੇ ਕਾਫੀ ਮਤਲਬ ਕਿ ਨਾ ਵਾਤਾਵਰਨ ਵਾਸਤੇ ਤੇ ਮਨੁੱਖਤਾ ਵਾਸਤੇ ਇੱਕ ਬਹੁਤ ਜ਼ਰੂਰੀ ਚੀਜ਼ ਆ, ਤੇ ਉਹਨੂੰ ਦੇਖ ਕੇ ਫਿਰ ਇਹ ਜਦੋਂ ਸੋਚ ਬਣੀ ਤਾਂ ਅਸੀਂ ਫਿਰ ਬਣਾਉਣ ਲੱਗੇ ਹਾਂ ਜੀ ਇਹਨੂੰ। ਮੇਰੇ ਨਾਲ ਇਸ ਟਾਈਮ ਈਕੋ ਸਿੱਖ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਸੁਪ੍ਰੀਤ ਕੌਰ ਮੈਡਮ ਨੇ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹ ਬਾਗ ਹੈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਗ ਹੈ, ਔਰ ਇਹਦੇ ਪਿੱਛੇ ਰਿਸਰਚ ਵੀ ਬਹੁਤ ਹੁੰਦੀ ਹੈ ਕਿ ਕਿਹੜੇ ਅੰਕ 'ਚ ਕਿਹੜਾ ਬੂਟਾ ਜਿਹੜਾ ਹੈ, ਬ੍ਰਿਖ ਜਿਹੜਾ ਹੈ ਉਹ ਦਰਜ ਹੈ ਤੇ ਉਹਦੀ ਕੀ ਮਹੱਤਤਾ ਆ। ਸੋ ਅਸੀਂ ਵੇਟ ਵੀ ਕੀਤਾ ਇਹਨਾਂ ਦਾ ਕਿ ਕਿਉਂਕਿ ਜਦੋਂ ਤੁਹਾਨੂੰ ਲੋੜ ਇੱਕ ਚੀਜ਼ ਨੂੰ ਪੂਰੀ ਤਰ੍ਹਾਂ ਐਕਸਪਲੇਨ ਕਰਨਾ ਹੈ ਤਾਂ ਸਾਨੂੰ ਐਕਸਪਰਟ ਚਾਹੀਦਾ। ਸੋ ਐਕਸਪਰਟ ਸਾਡੇ ਨਾਲ ਨੇ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ। ਥੈਂਕ ਯੂ। ਅੱਛਾ, ਮੈਂ ਪਹਿਲਾਂ ਆਉਣ ਤੋਂ ਪਹਿਲਾਂ ਹੀ ਦੱਸ ਦਿੱਤਾ ਸੀਗਾ ਸਭ ਨੂੰ ਕਿ ਅਸੀਂ ਇੱਥੇ ਆ ਰਹੇ ਹਾਂ। ਪਹਿਲਾਂ ਤਾਂ ਮੈਮ ਬਹੁਤ ਚੰਗਾ ਐਫਰਟ ਹੈ, ਔਰ ਪਹਿਲੀ ਵਾਰ ਮੈਨੂੰ ਲੱਗਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖ ਰਿਹਾ, ਮੈਨੂੰ ਲੱਗਦਾ ਕਿ ਦੁਨੀਆ ਦਾ ਵੀ ਪਹਿਲੀ ਵਾਰ ਹੀ ਹੈ। ਬਿਲਕੁਲ ਬਿਲਕੁਲ ਜੀ, ਇਹ ਸਭ ਤੋਂ ਪਹਿਲੀ ਵਾਰੀ ਹੋ ਰਿਹਾ ਜੀ ਸਾਡੀ ਸਾਰੀ ਦੁਨੀਆ ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਆਧਾਰਿਤ ਜਿੰਨੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਬਨਸਪਤੀ ਬਾਰੇ ਦੱਸਿਆ, ਔਰ ਜਿੰਨੇ ਬਿਰਖਾਂ, ਝਾੜ ਔਰ ਫਸਲਾਂ ਬਾਰੇ ਮੈਂਸ਼ਨ ਕੀਤਾ ਹੈ, ਉਹ ਸਾਰੇ ਅਸੀਂ ਇੱਕੋ ਹੀ ਜਗ੍ਹਾ ਤੇ ਲਗਭਗ ਇਹ 5 ਏਕੜ ਦੀ ਜ਼ਮੀਨ ਹੈ ਇੱਥੇ ਗੁਰਦੁਆਰਾ ਗੁਰੂਸਰ ਸਾਹਿਬ ਦੇ ਵਿੱਚ, ਔਰ ਉਹਦੇ ਵਿੱਚ ਅਸੀਂ ਇਹ ਗੁਰੂ ਗ੍ਰੰਥ ਸਾਹਿਬ ਬਾਗ ਜਿਹੜਾ ਹੈ ਉਹਨੂੰ ਬਣਾਇਆ ਤੇ ਕੱਲ 20 ਸਤੰਬਰ ਨੂੰ ਅਸੀਂ ਇਹਦਾ ਉਦਘਾਟਨ ਕਰਨ ਜਾ ਰਹੇ ਹਾਂ। ਅੱਛਾ, ਫਿਰ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ, ਦੇਰੀ ਨਹੀਂ ਕਰਦੇ। ਸਭ ਤੋਂ ਪਹਿਲਾਂ ਪਿੱਛੇ ਇਹ ਪਿੱਪਲ ਆ, ਇਹ ਪਿੱਪਲ ਕਿਹੜੇ ਅੰਕ 'ਚ ਦਰਜ ਹੈ? ਵੈਸੇ ਮੈਨੂੰ ਲੱਗਦਾ ਅਲੱਗ-ਅਲੱਗ ਲਿਖਿਆ ਵੀ ਹੋਇਆ, ਤੇ ਕੀ ਮਹੱਤਤਾ ਹੈ ਇਹਦੀ? ਜਿਵੇਂ ਤੁਸੀਂ ਦੇਖ ਸਕਦੇ ਹੋ ਜੀ, ਹਰ ਇੱਕ ਜਿਹੜਾ ਦਰਖਤ ਅਸੀਂ ਇੱਥੇ ਲਗਾਇਆ ਜਾਂ ਬੂਟਾ ਜਾਂ ਫਸਲ ਜੋ ਵੀ ਲਗਾਇਆ, ਉਹਦੇ ਨਾਲ ਅਸੀਂ ਆਪਣੀ ਪੂਰੀ ਰਿਸਰਚ ਕੀਤੀ ਹੈ, ਔਰ ਉਹਦੇ ਵਿੱਚੋਂ ਸਾਡੀ ਰਿਸਰਚ ਟੀਮ ਨੇ ਉਹ ਅੰਕਤੀਆਂ ਨੂੰ ਪਛਾਣਿਆ ਕਿ ਜਿਹੜੀ ਅੰਕਤੀ ਦੇ ਵਿੱਚ ਗੁਰੂ ਸਾਹਿਬ ਨੇ ਉਸ ਟਰੀ ਦਾ ਮੈਂਸ਼ਨ ਕੀਤਾ ਹੈ। ਸੋ ਜਿਵੇਂ ਤੁਹਾਡੇ ਪਿੱਛੇ ਪਿੱਪਲ ਦਾ ਦਰਖਤ ਹੈ, ਇਹਦੇ ਨਾਲ ਅਸੀਂ ਉਹਨੂੰ ਇੰਗਲਿਸ਼ 'ਚ ਵੀ ਲਿਖਿਆ ਵੀ ਇੰਗਲਿਸ਼ 'ਚ ਪਿੱਪਲ ਨੂੰ ਬੋਧੀ ਟਰੀ ਕਹਿੰਦੇ ਨੇ, ਤੇ ਨਾਲ ਉਹਦਾ ਬੋਟੈਨੀਕਲ ਨੇਮ ਵੀ ਰੱਖਿਆ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਇੱਥੇ ਜਿਹੜੇ ਸੰਗਤ ਆ ਰਹੇ ਨੇ ਉਹ ਸਿਰਫ ਪੰਜਾਬ ਤੋਂ ਹੋਣ, ਉਹ ਪੰਜਾਬ ਤੋਂ ਬਾਹਰੋਂ ਵੀ ਹੋਣਗੇ, ਤੇ ਆਉਣ ਵਾਲੇ ਸਮੇਂ 'ਚ ਅਸੀਂ ਆਸ ਕਰਦੇ ਹਾਂ ਕਿ ਦੁਨੀਆ ਭਰ ਤੋਂ ਜਿਹੜੇ ਇਨਵਾਇਰਮੈਂਟਲਿਸਟ ਨੇ, ਜਿਹੜੇ ਰਿਸਰਚਰਸ ਨੇ, ਉਹ ਇੱਥੇ ਆ ਕੇ ਇਹ ਬਾਗ ਨੂੰ ਦਰਸ਼ਨ ਕਰਨਗੇ ਔਰ ਉਸ ਬਨਸਪਤੀ ਨੂੰ ਆਪਣੇ ਨੇੜੇ ਮਹਿਸੂਸ ਕਰਨਗੇ ਜਿਹੜੀ ਬਾਣੀ 'ਚੋਂ ਅਸੀਂ ਰੋਜ਼ ਆਪਣੇ ਘਰਾਂ ਦੇ ਵਿੱਚ ਪੜ੍ਹਦੇ ਹਾਂ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ 325 ਅੰਗ ਦੇ ਉੱਪਰ ਪਿੱਪਲ ਦੇ ਬਾਰੇ, 1325 ਅੰਗ ਦੇ ਉੱਪਰ ਪਿੱਪਲ ਦੇ ਬਾਰੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹੈ ਉਹ ਦਰਜ ਹੈ। ਸੋ ਕਿਹੜੀ ਤੁਕ ਦਰਜ ਹੈ? ਸੰਗਤ ਸੰਤ ਸੰਗ ਲਗ ਊਚੇ, ਜਿਉ ਪੀਪ ਪਲਾਸ਼ ਖਾਏ ਲੀਜੇ। ਸੋ ਇਹਦੇ ਨਾਲ ਇਹਦੀ ਟ੍ਰਾਂਸਲੇਸ਼ਨ ਵੀ ਅਸੀਂ ਕਰ ਰਹੇ ਹਾਂ। As Palash tree becomes part and parcel of the Bodhi tree, similarly meeting with all the saint society, one becomes sublime. So ਉਹਦਾ ਕੀ ਭਾਵ ਹੈ? ਕਿਸ ਕੰਟੈਕਸਟ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਉਹ ਟਰੀ ਦੇ ਨਾਲ ਐਸੋਸੀਏਟ ਕੀਤਾ ਹੈ ਵੀ ਕਿਵੇਂ ਇਹ ਟਰੀ ਸਾਡੇ ਲਈ ਜ਼ਰੂਰੀ ਹੈ, ਔਰ ਇਹਦੀ ਐਸੋਸੀਏਸ਼ਨ ਕੀ ਹੈ? ਕਿਉਂਕਿ ਬਾਣੀ ਨੂੰ ਗੁਰੂ ਸਾਹਿਬ ਨੇ ਬਹੁਤ ਲਾਈਵਲੀ ਬਣਾਇਆ, ਉਹਨਾਂ ਨੇ ਸਾਨੂੰ ਐਕਸਪੀਰੀਅੰਸ ਕਰਵਾਉਣ ਵਾਸਤੇ ਬਨਸਪਤੀ ਦੇ ਵਿੱਚੋਂ ਹੀ ਐਗਜ਼ਾਮਪਲਸ ਲੈ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਸਾਨੂੰ ਭਾਵ ਅਰਥ ਜਿਹੜੇ ਨੇ ਉਹ ਚੰਗੀ ਤਰ੍ਹਾਂ ਪਤਾ ਲੱਗ ਸਕਣ ਔਰ ਉਹਦੇ ਤੇ ਅਸੀਂ ਅਮਲ ਕਰ ਸਕੀਏ। ਅੱਛਾ ਮੈਮ, ਦੱਸ ਸਕਦੇ ਹੋ ਇਹਦਾ ਕੀ ਅਰਥ ਹੈ? ਕਿਉਂਕਿ ਪੰਜਾਬੀ ਬੈਠੇ ਨੇ, ਉਹ ਮੇਰੇ ਵਰਗੇ ਬੜੇ ਹੋਣੇ ਜਿਹਨਾਂ ਦੀ ਇੰਗਲਿਸ਼ ਬੜੀ ਖਰਾਬ ਹੈ। ਹਾਂਜੀ ਹਾਂਜੀ, ਸੋ ਇਹ ਐਜ਼ ਇਟ ਇਜ਼ ਵੈਰੀ ਕਲੀਅਰ ਜੀ, ਜਿਹੜੀ ਅਸੀਂ ਨਾਲ ਵਿਆਖਿਆ ਵੀ ਕੀਤੀ ਹੋਈ ਹੈ ਕਿ ਜਿਵੇਂ ਪਲਾਸ਼ ਟਰੀ ਪਾਰਟ ਐਂਡ ਪਾਰਸਲ ਹੈ ਬੋਧੀ ਟਰੀ ਦਾ, ਉਵੇਂ ਹੀ ਜਦੋਂ ਅਸੀਂ ਸੰਤਾਂ ਦੀ ਸੰਗਤ ਦੇ ਵਿੱਚ ਆਉਂਦੇ ਹਾਂ ਤੇ ਅਸੀਂ ਉਹਨਾਂ ਦੀ ਸੰਗਤ ਤੋਂ ਪ੍ਰਭਾਵਿਤ ਹੁੰਦੇ ਹਾਂ ਤੇ ਉਹਨਾਂ ਵਰਗੇ ਬਣ ਜਾਂਦੇ ਹਾਂ। ਸੋ ਇਹ ਸੰਗਤ ਦਾ ਅਸਰ ਗੁਰੂ ਸਾਹਿਬ ਨੇ ਇਹਦੇ ਵਿੱਚ ਜਿਹੜਾ ਹੈ ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸੰਗਤ ਦਾ ਕਿੰਨਾ ਅਸਰ ਜਿਹੜਾ ਹੈ ਉਹ ਸਾਡੇ ਤੇ ਹੁੰਦਾ। ਅੱਛਾ, ਇਹਨਾਂ ਦੀ ਟੀਮ ਵੀ ਨਾਲ ਆ, ਮੈਂ ਇੰਟਰੋਡਿਊਸ ਕਰਨਾ ਭੁੱਲ ਗਿਆ, ਪੁਨੀਤ ਸਿੰਘ ਨਾ, ਪਵਨੀਤ ਸਿੰਘ। ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਧੰਨਵਾਦ। ਅੱਛਾ, ਤੇ ਇਹ ਇੱਥੋਂ ਰਾਜਪੁਰਾ ਤੋਂ ਭਾਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਇੰਦਰਜੀਤ ਸਿੰਘ ਜੀ। ਠੀਕ ਹੈ, ਨਾਨਕਸਰ ਤੋਂ ਹੈ। ਠੀਕ ਹੈ, ਤੇ ਤੁਸੀਂ ਇੱਥੇ ਲੋਕਲ ਦੇਖਦੇ ਹੋ? ਹਾਂਜੀ, ਮੈਂ ਸਾਰੇ ਦੇਖ ਰੇਖ ਹੁਣ ਇਸ ਟਾਈਮ ਮੈਂ ਕਰ ਰਿਹਾ ਜੀ। ਚੱਲਦੇ ਹਾਂ ਜੀ। ਤੇ ਫਿਰ ਦੂਸਰਾ ਜਿਹੜਾ ਬ੍ਰਿਖ ਹੈ, ਜਿਹੜਾ ਪਲਾਂਟ ਹੈ, ਪੌਦਾ ਹੈ, ਉਹ ਦਿਖਦਾ ਤੇ ਬਾਂਸ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਦੀ ਕੀ ਮਹੱਤਤਾ ਹੈ ਇਹ ਵੀ ਜਾਣਾਂਗੇ ਅਸੀਂ। ਮੈਮ, ਇਹ ਬਾਂਸ ਹੈ, ਲਿਖਿਆ ਵੀ ਹੋਇਆ ਬਾਂਸ ਹੈ, ਬੈਂਬੂ ਹੈ, ਇਹਦਾ ਤੁਸੀਂ ਇੱਕ ਵਿਆਖਿਆ ਕਰ ਸਕਦੇ ਹੋ? ਇੱਕ ਲਾਈਨ ਵੀ ਲਿਖੀ ਹੋਈ ਹੈ ਭਗਤ ਕਬੀਰ ਸਿੰਘ ਹੁਣਾਂ ਦੀ ਬਾਣੀ, ਭਗਤ ਕਬੀਰ ਜੀ ਦੀ ਬਾਣੀ ਚੋਂ ਹੈ। ਹਾਂਜੀ, ਇਹ ਪਵਨੀਤ ਸਿੰਘ ਦੱਸ ਦੇਣਗੇ ਜੀ।
ਵੀਰ ਜੀ ਜਿਵੇਂ ਲਿਖਿਆ ਬਾਣੀ 'ਚ ਵੀ ਹੈ, ਅੰਗ ਆਪਣੇ ਹੈ 1365 ਤੇ ਉਹਦੇ ਵਿੱਚ ਲਿਖਿਆ ਚੰਦਨ ਕੇ ਨਿਕਟ ਵਸੈ ਬਾਦ ਸੁਗੰਧ ਨਾਹੀਂ। ਜੇ ਇਹਨੂੰ ਪੰਜਾਬੀ 'ਚ ਇਹਦੀ ਵਿਆਖਿਆ ਕਰੀਏ ਤੇ ਇਹਦੇ ਵਿੱਚ ਇਹ ਹੈ ਵੀ ਜਿਹੜੇ ਕੁਝ ਜਿਵੇਂ ਚੰਦਨ ਦਾ ਰੁੱਖ ਬੜਾ ਖੁਸ਼ਬੂ ਵਾਲਾ ਸੁਗੰਧੀ ਵਾਲਾ ਮੰਨਿਆ ਜਾਂਦਾ, ਤੇ ਬਾਣੀ 'ਚ ਇਹ ਲਿਖਿਆ ਵੀ ਜੇ ਬਾਂਸ ਦਾ ਬੂਟਾ ਜੇ ਚੰਦਨ ਦੇ ਨਾਲ ਵੀ ਲੱਗਾ ਰਵੇ, ਭਾਵੇਂ ਕਿੰਨਾ ਚਿਰ ਹੀ ਲੱਗਾ ਰਵੇ, ਤਾਂ ਵੀ ਉਹਦੇ ਵਿੱਚ ਉਹਦੀ ਸੁਗੰਧੀ ਨਹੀਂ ਆਉਂਦੀ। ਸੋ ਇਹ ਬਾਂਸ ਦਾ ਐਗਜ਼ਾਮਪਲ ਦੇ ਕੇ ਉਹਨਾਂ ਲੋਕਾਂ ਬਾਰੇ ਦੱਸਿਆ ਗਿਆ ਵੀ ਜਿਹੜੇ ਭਾਵੇਂ ਸੰਗਤ ਦੇ ਰੂਪ 'ਚ ਰਹਿ ਰਹੇ ਨੇ, ਪਰ ਜੇ ਉਹਨਾਂ ਦਾ ਆਪਣਾ ਮਾਈਂਡ ਨਹੀਂ ਖੁੱਲਿਆ, ਉਹ ਗੁਣ ਲੈ ਨਹੀਂ ਰਹੇ, ਤਾਂ ਉਹਨਾਂ 'ਚ ਗੁਣ ਨਹੀਂ ਆਣੇ ਕਦੀ, ਭਾਵੇਂ ਸਾਰੀ ਉਮਰ ਉਹਨਾਂ ਦੇ ਨਾਲ ਰਹਿਣ, ਪਰ ਉਹਨਾਂ 'ਚ ਗੁਣ ਉਹਨਾਂ ਦੇ ਚੰਦਨ ਵਾਲੇ ਗੁਣ, ਜਿਵੇਂ ਸੰਗਤ ਵਾਲੇ ਗੁਣ ਜਾਂ ਸੰਤਾਂ ਵਾਲੇ ਗੁਣ, ਮਹਾਂਪੁਰਸ਼ਾਂ ਵਾਲੇ ਗੁਣ ਉਹਨਾਂ ਦੇ ਵਿੱਚ ਨਹੀਂ ਆਣੇ। ਸੋ ਦੂਸਰੇ ਬੰਨੇ ਵੀ ਕਹਿ ਸਕਦੇ ਕਿ ਹਰ ਬੰਦੇ ਦਾ, ਹਰ ਸਪੈਸ਼ੀ ਦਾ ਆਪਣਾ ਗੁਣ ਹੈ ਜਿਹੜਾ ਕਦੇ ਨਹੀਂ ਜਾਂਦਾ ਕਿਸੇ ਦੇ ਗਾਣ। ਸੋ ਇਦਾਂ ਹੀ ਆ ਵੀ ਕੁਦਰਤ ਤੋਂ ਐਗਜ਼ਾਮਪਲਸ ਲੈ ਕੇ, ਕੁਦਰਤ ਦੇ ਜਿਹੜੇ ਸਾਡੇ ਸਾਹਮਣੇ ਨੇ, ਇਹਨਾਂ ਤੋਂ ਸਾਨੂੰ ਕੀ ਸਿੱਖਿਆ ਮਿਲ ਸਕਦੀ ਹੈ ਬਾਣੀ ਦੇ ਆਧਾਰ ਤੇ ਅਸੀਂ ਇਹ ਬਸ ਬਾਗ ਵਿੱਚ ਇਹ ਦਰਸਾਉਣਾ ਚਾਹੁੰਦੇ ਹਾਂ ਵੀ ਬਾਗ ਵਿੱਚ ਤੁਸੀਂ ਆਓ। ਮੇਰੇ ਵਰਗੇ ਕਈ ਹੋਣਗੇ, ਕਈ ਜਨਰੇਸ਼ਨਸ ਸਾਡੇ ਮੇਰੇ ਹਾਣ ਦੇ ਕਈ ਹੋਣਗੇ ਜਿਨ੍ਹਾਂ ਨੇ ਕਦੀ ਚੰਦਨ ਦਾ ਬੂਟਾ ਨਹੀਂ ਦੇਖਿਆ ਜਾਂ ਬਾਂਸ ਦਾ ਬੂਟਾ ਨਹੀਂ ਦੇਖਿਆ ਜਾਂ ਦੋਨਾਂ ਨੂੰ ਇੱਕ ਜਗ੍ਹਾ ਤੇ ਲੱਗਿਆ ਨਹੀਂ ਦੇਖਿਆ। ਸੋ ਇਹ ਜਿਹੜਾ ਬਾਗ ਹੈ ਇੱਕ ਲਾਈਵ ਮਿਊਜ਼ੀਅਮ ਦੀ ਤਰ੍ਹਾਂ, ਤੇ ਕੱਲ ਨੂੰ ਜਿੰਨੀਆਂ ਵੀ ਸਪੀਸ਼ੀਜ਼ ਨੇ ਇੱਥੇ, ਜੇ ਕੋਈ ਰਿਸਰਚ ਫੈਲੋ ਵੀ ਆਉਂਦੇ ਨੇ ਤੇ ਉਹ ਦੇਖਣਾ ਚਾਹੁੰਦੇ ਨੇ ਵੀ ਬਾਣੀ ਦੇ ਵਿੱਚ ਕਿਹੜੀਆਂ ਸਪੀਸ਼ੀਜ਼ ਮੈਂਸ਼ਨ ਨੇ, ਇਸ ਲਈ ਅਸੀਂ ਉਹਨਾਂ ਦੇ ਬੋਟੈਨੀਕਲ ਨੇਮਸ ਵੀ ਲਿਖੇ ਨੇ ਤਾਂ ਕਿ ਉਹਨਾਂ ਤੇ ਇਸ ਸਾਡੇ ਧਰਮ ਦੇ ਇਸ ਪੱਖ ਤੋਂ ਵੀ ਜਿਹੜੀ ਰਿਸਰਚ ਹੈ ਉਹ ਅੱਗੇ ਕੀਤੀ ਜਾ ਸਕੇ। ਅੱਛਾ, ਚੱਲਦੇ ਚੱਲਦੇ ਮਤਲਬ ਆਪਾਂ ਇਹੀ ਲੇਨ ਦੇ ਵਿੱਚ ਚੱਲਦੇ ਹਾਂ ਤੇ ਬੋਰਡ ਵੀ ਹੈ ਇਹ ਹਲੇ ਉਹ ਪੌਦੇ ਹੁੰਦੇ ਨੇ ਜਿਹੜੇ ਸਾਨੂੰ ਆਮ ਵੀ ਪਤਾ ਆ। ਅੱਛਾ, ਬੋਰਡ ਦਾ ਵੀ ਭਾਜੀ ਕੁਝ ਆਪਾਂ ਨੂੰ ਇਹ ਹੈ ਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ, ਮੈਮ ਤੁਸੀਂ ਕਰੋਗੇ ਕਿ ਪੁਨੀਤ ਕਰਨਗੇ? ਪਵਨੀਤ ਜੀ। ਸੋ ਬੋਰਡ ਦੇ ਬਾਰੇ, ਬੋਰਡ ਦਾ ਨਾਮ ਬਟਕ ਦੇ ਕਰਕੇ ਬਾਣੀ ਦੇ ਵਿੱਚ ਆਇਆ। ਬਟਕ ਬੀਜ ਮੈਂ ਰਵ ਰਹਿਓ ਜਾਕੋ ਤੀਨ ਲੋਕ ਵਿਸਥਾਰ, ਮਤਲਬ ਕਿ ਜਿਵੇਂ ਇਹ ਮੰਨਿਆ ਜਾਂਦਾ ਵੀ ਬੋਰਡ ਦਾ ਜਿਹੜਾ ਐਕਸਪੈਂਸ਼ਨ ਹੈ, ਬੋਰਡ ਦਾ ਫੈਲਾਅ ਉਹ ਬਹੁਤ ਜ਼ਿਆਦਾ ਹੋ ਜਾਂਦਾ। ਜਿਵੇਂ ਇਹ ਦੇਖੋ, ਆਪਾਂ ਕੈਮਰਾ ਉੱਪਰ ਵੱਲ ਕਰੀਏ ਤੇ ਵੀ ਬੋਰਡ ਕਿੰਨਾ ਫੈਲ ਜਾਂਦਾ ਹੈ। ਹਾਂਜੀ। ਇਹਦੇ ਚੋਂ ਹੀ ਨਿਕਲਦੀਆਂ ਔਰ ਜ਼ਮੀਨ ਵਿੱਚ ਲੱਗ ਜਾਂਦੀਆਂ ਔਰ ਇਹਦਾ ਵੱਧਦਾ ਹੀ ਜਾਂਦਾ ਹੈ ਘੇਰਾ ਜਿਹੜਾ ਬੋਰਡ ਦਾ। ਆਮ ਕਹਿੰਦੇ ਨੇ ਵੀ ਇਹ ਇੱਕ ਜੰਗਲ ਦਾ ਰੂਪ ਲੈ ਲੈਂਦਾ, ਇਹਦਾ ਇੰਨਾ ਵਿਸ਼ਾਲ ਸਰੂਪ ਹੁੰਦਾ ਹੈ ਬੋਰਡ ਦਾ। ਹਾਂਜੀ, ਤੇ ਜਿਵੇਂ ਬੋਰਡ ਦਾ ਸਟਾਰਟਿੰਗ ਵੀ ਇੱਕ ਛੋਟੇ ਬੀਜ ਤੋਂ ਹੁੰਦੀ ਹੈ, ਉਹ ਇੱਕ ਬੀਜ ਦੇ ਵਿੱਚ ਪੂਰਾ ਦਾ ਪੂਰਾ ਬੋਰਡ ਸਮਾਇਆ ਹੋਇਆ। ਇਸੇ ਤਰ੍ਹਾਂ ਹੀ ਜਿਹੜੇ ਅਕਾਲ ਪੁਰਖ ਨੇ ਉਹ ਇਦਾਂ ਹੀ ਸਾਡੇ ਸਾਰੇ ਤਿੰਨਾਂ ਲੋਕਾਂ 'ਚ ਸਮਾਏ ਹੋਏ ਨੇ। ਸੋ ਜਿਵੇਂ ਇੱਕ ਬੀਜ ਦੇ ਵਿੱਚ ਪੂਰਾ ਬੋਰਡ ਦਾ ਰੁੱਖ ਹੈ, ਇਦਾਂ ਹੀ ਅਕਾਲ ਪੁਰਖ ਇੱਕ ਪੂਰੀ ਦੁਨੀਆ ਦੇ ਵਿੱਚ ਰਵੇ ਹੋਏ ਨੇ ਜੀ। ਬਾਕੀ ਮੈਂ ਜਿਵੇਂ ਅਸੀਂ ਗੁਰਬਾਣੀ ਦੇ ਐਕਸਪਰਟਸ ਨਹੀਂ ਹੈਗੇ, ਸੋ ਹੋ ਸਕਦਾ ਸਾਡੀ ਟਰਾਂਸਲੇਸ਼ਨ ਵਿੱਚ ਕੁਝ ਫਰਕ ਹੋਵੇ, ਪਰ ਮੈਂ ਆਪਣੀ ਪਰਸੈਪਸ਼ਨ ਤੋਂ ਕਹਿ ਰਿਹਾ ਜੀ, ਮੈਂ ਇੱਥੇ ਆ ਕੇ ਜੇ ਦੇਖਾਂਗਾ, ਇਹ ਪੜਾਂਗਾ, ਮੈਨੂੰ ਇਹ ਮੈਸੇਜ ਮਿਲੇਗਾ। ਜੀ ਜੀ। ਅੱਛਾ, ਵਾਕਈ ਬਹੁਤ ਸੋਹਣਾ ਮੈਸੇਜ ਦੇ ਦਿੱਤਾ ਕਿ ਅਸੀਂ ਐਕਸਪਰਟ ਨਹੀਂ ਹੈਗੇ। ਜੇ ਕਿਸੇ ਨੇ ਉਂਗਲੀ ਚੁੱਕਣੀ ਹੈ ਤਾਂ ਪਲੀਜ਼ ਤੁਸੀਂ ਆਪਣੀ ਵਿਆਖਿਆ ਵੀ ਕਰ ਸਕਦੇ ਹੋ। ਸਿਰਫ ਸਾਡਾ ਮਤਲਬ ਇਹ ਹੈ, ਇਹਨਾਂ ਦਾ ਵੀ ਮਤਲਬ ਇਹ ਹੈ ਕਿ ਤੁਹਾਨੂੰ ਉਹ ਚੀਜ਼ਾਂ ਦਿਖਾਉਣੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਬਾਕੀ ਮੇਰੀ ਕੋਸ਼ਿਸ਼ ਇਹ ਹੈ ਕਿ ਮੇਰਾ ਕੈਮਰਾਮੈਨ ਉਹ ਲਾਈਨਾਂ ਜਿਹੜੀਆਂ ਨੇ ਉਹ ਐਜ਼ ਇਟ ਇਜ਼ ਹੀ ਤੁਹਾਨੂੰ ਵਿਜ਼ੂਅਲਾਈਜ਼ ਕਰੇ, ਤਾਂ ਜੋ ਤੁਸੀਂ ਤੁਹਾਡਾ ਜੋ ਵਿਆਖਿਆ ਹੈ ਤੁਸੀਂ ਕਰ ਸਕਦੇ ਹੋ। ਤੇ ਜੋ ਇਹਨਾਂ ਦੀਆਂ ਐਕਸਪਰਟਸ ਤਾਂ ਨਹੀਂ ਹੈ ਕਹਿ ਰਹੇ, ਪਰ ਜਿੰਨਾ ਵੀ ਹੋ ਸਕਦਾ ਮੈਂ ਤੁਹਾਨੂੰ ਅੱਜ ਪੂਰਾ ਦਿਖਾ ਕੇ ਜਾਵਾਂਗੇ। ਸੋ ਚੱਲਦੇ ਹਾਂ ਜੀ ਅੱਗੇ। ਇਟਸ ਗੁੱਡ ਕਿ ਅਸੀਂ ਕਲੀਅਰ ਕਰ ਦਿੱਤਾ, ਬਾਅਦ ਚੋਂ ਐਵੇਂ ਕੋਈ ਨਹੀਂ, ਕਿਉਂਕਿ ਬਾਅਦ ਚੋਂ ਨਾ ਕਈ ਵਾਰੀ ਲੋਕਾਂ ਦੀ ਹਰ ਇੱਕ ਨਾ, ਕਿਉਂਕਿ ਬਾਣੀ ਜਿਹੜੀ ਹੈ ਉਹ ਬ੍ਰੌਡ ਹੈ, ਬ੍ਰੌਡ ਆ, ਉਹ ਹਰ ਕਿਸੇ ਦਾ ਹਰ ਆਪਣਾ ਕੋਈ ਆਪਣੇ ਹਿਸਾਬ ਦੇ ਨਾਲ। ਅਕੋਰਡਿੰਗਲੀ ਨਾ ਉਹਨੂੰ ਲੈਂਦੇ ਨੇ। ਨਹੀਂ, ਮੈਂ ਤਾਂ ਕੈਮਰਾ ਦੇਖਿਆ ਨਹੀਂ, ਤੂੰ ਉਹ ਕਰ। ਅੱਛਾ, ਇੱਥੋਂ ਚੱਕੀ ਇੱਥੇ ਲੈ ਖਜੂਰ ਤੋਂ ਬੜੀ ਗੱਲ ਸ਼ਾਮ ਵਾਲੀ ਸਾਈਡ ਆ ਜੀ ਅਸੀਂ। ਅੱਛਾ ਮੈਮ, ਇਹ ਖਜੂਰ ਲੱਗਦਾ ਹੈ ਨਾ? ਹਾਂਜੀ ਹਾਂਜੀ, ਬਿਲਕੁਲ। ਇਹ ਤੁਸੀਂ ਦੇਖ ਸਕਦੇ ਹੋ ਖਜੂਰ ਦਾ ਦਰਖਤ ਹੈਗਾ, ਤੇ ਹਾਲੇ ਖਜੂਰਾਂ ਨਹੀਂ ਅੱਜ ਕੱਲ੍ਹ ਲੱਗੀਆਂ ਹੋਈਆਂ ਕਿਉਂਕਿ ਮੌਸਮ ਨਹੀਂ ਹੈ। ਹੋਰ ਇਹ ਫੈਲੇਗਾ ਤੇ ਸਾਨੂੰ ਖਜੂਰਾਂ ਨਜ਼ਰ ਆਉਣਗੀਆਂ। ਸੋ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਅਸੀਂ ਨਾਲ ਹੀ ਖਜੂਰ ਦਾ ਦਰਖਤ ਹੈ। ਸੋ ਤੁਸੀਂ ਲਾਈਵਲੀ ਦੇਖ ਸਕਦੇ ਹੋ ਵੀ ਇਹ ਖਜੂਰ ਦਾ ਦਰਖਤ ਹੈ, ਔਰ ਬਾਣੀ ਦੇ ਵਿੱਚ ਖਜੂਰ ਨੂੰ ਕਿਸ ਪੱਖ ਤੋਂ ਗੁਰੂ ਸਾਹਿਬ ਨੇ ਇਹਨੂੰ ਐਕਸਪਲੇਨ ਕੀਤਾ ਜਾਂ ਇਹਦੀ ਵਿਆਖਿਆ ਕੀਤੀ ਹੈ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲਕੀ ਮਛਲੀ ਚਰੇ ਖਜੂਰ। ਸੋ ਇਸੇ ਤਰ੍ਹਾਂ ਅਸੀਂ ਇੰਗਲਿਸ਼ ਵਿੱਚ ਵੀ ਮੈਂ ਤੁਹਾਨੂੰ ਪੜ੍ਹ ਦਿੰਦੀ ਹਾਂ। ਦ ਸੈਪਟਿਕ ਬੀਇੰਗਸ ਡਿਬੇਟ ਅਬਾਊਟ ਗੋਡਸ ਪ੍ਰੈਜ਼ੈਂਸ, ਦੋਜ਼ ਬੀਇੰਗਸ ਆਰ ਜਸਟ ਲਾਈਕ ਫਿਸ਼ ਆਫ ਪੌਂਡ ਦੈਟ ਪਲਾਨਸ ਟੂ ਕਲਾਈਂਬ ਅ ਡੇਟ ਪਾਮ। ਤੁਸੀਂ ਦੇਖ ਸਕਦੇ ਹੋ ਇਹਨੂੰ ਚੜ੍ਹਨਾ ਬੜਾ ਔਖਾ ਹੈ, ਕਿਉਂਕਿ ਇਹ ਜਿਹੜਾ ਹੈ ਨਾ, ਇਹਦੇ ਕੰਢੇ ਇੱਕ ਤਾਂ ਚੁੱਭਦੇ ਨੇ, ਤੇ ਜੇ ਅਸੀਂ ਇਹਨੂੰ ਪਲਾਨ ਕਰਾਂਗੇ ਚੜ੍ਹਨ ਨੂੰ
ਤੇ ਹੋ ਸਕਦਾ ਅਸੀਂ ਗਿਰ ਹੀ ਜਾਈਏ ਥੱਲੇ। ਸੋ ਇਹ ਗੁਰੂ ਜੀ ਸਾਨੂੰ ਇਹਦੀ ਸਿਮਲੀ ਦੇ ਰਹੇ ਨੇ। ਇਹਦਾ ਐਗਜ਼ਾਮਪਲ ਇਹ ਹੈ ਜਿਵੇਂ ਸਕੈਪਟਿਕ ਬੀਇੰਗਸ ਲਿਖਿਆ ਵੀ ਜਿਹੜੇ ਹਜੇ ਸ਼ੱਕ ਵਿੱਚ ਨੇ ਵੀ ਪਤਾ ਨਹੀਂ ਅਕਾਲ ਪੁਰਖ ਹੈ ਜਾਂ ਨਹੀਂ ਹੈ, ਉਹ ਕਹਿੰਦੇ ਉਹਨਾਂ ਦੀ ਦਸ਼ਾ ਇਸ ਤਰ੍ਹਾਂ ਦੀ ਹੈ ਵੀ ਜਿਵੇਂ ਪਾਣੀ 'ਚ ਰਹਿਣ ਵਾਲੀ ਮੱਛਲੀ ਜਿਹੜੀ ਹੈ ਉਹ ਇਸ ਚੀਜ਼ ਦਾ ਪਲਾਨ ਬਣਾਵੇ ਵੀ ਮੈਂ ਕਿਸੇ ਦਿਨ ਖਜੂਰ ਦਾ ਪੇੜ ਚੜ੍ਹ ਜਾਵਾਂ। ਸੋ ਉਹ ਉਸ ਤਰ੍ਹਾਂ ਦਾ ਇੱਕ ਭਾਵ ਉਹਨਾਂ ਨੇ ਦਰਸਾਇਆ ਵੀ ਹਜੇ ਅਸੀਂ ਉਸ ਲੈਵਲ ਤੱਕ ਪਹੁੰਚੇ ਹੀ ਨਹੀਂ ਤੇ ਅਸੀਂ ਉਸ ਚੀਜ਼ ਦੀਆਂ ਡਿਬੇਟਸ ਕਰ ਰਹੇ ਹਾਂ। ਸੋ ਇੱਥੋਂ ਇਹ ਵਾਲੀ ਤੁਕ ਤੋਂ ਇਹ ਸਾਨੂੰ ਸਾਨੂੰ ਇੱਕ ਸਿੱਖਿਆ ਮਿਲ ਰਹੀ ਹੈ, ਸਮਝ ਮਿਲ ਰਹੀ ਹੈ। ਤੇ ਤੁਸੀਂ ਜੇ ਇੱਥੇ ਧਿਆਨ ਨਾਲ ਦੇਖੋਗੇ ਜਿਵੇਂ ਆਮ ਜਿਹੜੀ ਵਰਨੈਕੂਲਰ ਭਾਸ਼ਾ ਵਿੱਚ ਖਜੂਰ ਦੇ ਸਪੈਲਿੰਗ ਇਹ ਨੇ, ਪਰ ਬਾਣੀ 'ਚ ਜਿੱਦਾਂ ਲਿਖੇ ਉਹ ਅਸੀਂ ਬ੍ਰੈਕਟ ਵਿੱਚ ਨਾਲ ਦਰਸਾਏ ਹੋਏ ਨੇ ਤਾਂ ਕਿ ਕੱਲ ਨੂੰ ਜੇ ਕਿਸੇ ਨੇ ਐਪ ਤੋਂ ਜਾਂ ਕਿਸੇ ਤੋਂ ਵੀ ਸਰਚ ਵੀ ਕਰਨਾ ਸੋ ਉਹ ਇੱਥੋਂ ਸਰਚ ਕਰ ਸਕਦੇ ਨੇ। ਅੱਜ ਕੱਲ੍ਹ ਬਹੁਤ ਸਾਰੀਆਂ ਐਪ ਆ ਗਈਆਂ, ਤੁਸੀਂ ਕੁਝ ਵੀ ਇੱਕ ਅੱਖਰ ਵੀ ਲਿਖ ਦਿਓ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਸਕ੍ਰਿਪਟ ਜਿਹੜੀ ਆ ਉਹ ਸਰਚ ਹੋ ਜਾਂਦੀ ਹੈ। ਅੱਛਾ, ਆਪਾਂ ਚੱਲਦੇ ਹਾਂ ਅੱਗੇ। ਵੀ ਮੈਨੂੰ ਲੱਗਦਾ ਹੈ ਕਿ ਰੱਖਿਆ ਹੋਇਆ ਹੈ ਔਰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਛੋਟੇ ਤੋਂ ਛੋਟੇ ਕਰਕੇ ਨਾ ਜਿਹੜੇ ਭਾਵ ਅਰਥ ਨੇ ਉਹ ਕਲੀਅਰ ਹੋ ਜਾਣ। ਸੋ ਇਹਦੇ ਵਿੱਚ ਹੋ ਸਕਦਾ ਸਾਡੇ ਤੋਂ ਕੁਝ ਗਲਤੀਆਂ ਵੀ ਰਹੀਆਂ ਹੋਣ ਕਿ ਕਿਉਂਕਿ ਅਸੀਂ ਚਾਹੁੰਦੇ ਸੀ ਵੀ ਉਹਨੂੰ ਸਿੰਪਲ ਜਿਹੜਾ ਕਿ ਜੇ ਕੋਈ ਬੱਚਾ ਵੀ ਆ ਕੇ ਪੜ੍ਹ ਰਿਹਾ ਤੇ ਉਹਨੂੰ ਵੀ ਸਮਝ ਲੱਗ ਜੇ ਵੀ ਇਹਦਾ ਕੀ ਮਤਲਬ ਹੈ ਔਰ ਕਿਸ ਟੋਨ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਹੈ। ਅੱਛਾ ਸੁਰਪ੍ਰੀਤ ਜੀ, ਇੰਗਲਿਸ਼ ਦਾ ਤੁਸੀਂ ਲਿਖਤਾ ਬਹੁਤ ਚੰਗੀ ਗੱਲ ਹੈ। ਪੰਜਾਬੀ ਦੇ ਵਿੱਚ ਕਿਤੇ ਨਾ ਕਿਤੇ ਉਹ ਹੁੰਦਾ ਨਾ ਕਿ ਬਹੁਤ ਸਾਰੇ ਪੰਜਾਬੀ ਡਾਇਸਪੋਰਾ ਵੀ ਹੈਗਾ ਸਾਡਾ, ਉਹਦੇ 'ਚ ਉਹਦਾ ਵੀ ਕੋਈ ਉਪਰਾਲਾ ਕਰੋਗੇ ਅੱਗੇ? ਹਾਂਜੀ ਜ਼ਰੂਰ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤੇ ਜਿਵੇਂ ਤੁਸੀਂ ਦੇਖਿਆ ਹੋਣਾ ਬਾਹਰ ਦੇ ਮਿਊਜ਼ੀਅਮਸ ਹੁੰਦੇ ਨੇ ਉੱਥੇ ਉਹ ਸਾਊਂਡ ਦਾ ਅਰੇਂਜਮੈਂਟ ਵੀ ਕਰਦੇ ਆ। ਸੋ ਇਹ ਵੀ ਸਾਡਾ ਪਲਾਨ ਹੈ ਕਿ ਜਦੋਂ ਅਸੀਂ ਇੱਕ ਦਰਖਤ ਕੋਲ ਪਹੁੰਚੀਏ, ਇੱਕ ਬੂਟੇ ਕੋਲ ਪਹੁੰਚੀਏ, ਉੱਥੇ ਇਹ ਤਾਂ ਸਾਨੂੰ ਰਿਟਰਨ ਮੈਟਰ ਹੈ ਚਲੋ ਜੋ ਸਾਨੂੰ ਮਿਲ ਰਿਹਾ, ਅਸੀਂ ਨਾਲ ਕੁਝ ਸਾਊਂਡ ਦਾ ਵੀ ਬਣਾ ਦਈਏ ਕਿ ਕੁਝ ਬਟਨ ਹੋਏ ਉਹਨੂੰ ਪ੍ਰੈਸ ਕਰੀਏ ਤੇ ਉਹਦੀ ਐਕਸਪਲੇਨੇਸ਼ਨ ਆਪੇ ਹੀ ਹਾਂਜੀ ਉਹਦੇ 'ਚੋਂ ਆ ਜਾਏ। ਬਿਲਕੁਲ ਬਿਲਕੁਲ। ਸੋ ਉਹ ਮਤਲਬ ਇਹ ਸਾਡੀ ਪਲੈਨਿੰਗ ਹੈ। ਬਾਕੀ ਸੰਗਤ ਤੇ ਡਿਪੈਂਡ ਕਰਦਾ, ਜਿੰਨਾ ਜਿੰਨਾ ਸਾਨੂੰ ਸਮਰਥਨ ਕਰਨਗੇ ਉਹਨਾਂ ਅਸੀਂ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਬਾਏ ਐਂਡ ਬਾਏ ਐਡ ਆਨ ਕਰਨ ਜਾਵਾਂਗੇ। ਗਾਈਡਡ ਟੂਰ ਵੀ ਹੋ ਸਕਦਾ ਵੀ ਜਦੋਂ ਆਉਣ ਵਾਲੇ ਸਮੇਂ ਵਿੱਚ ਵੀ ਗਾਈਡਡ ਟੂਰ ਹੈ, ਜਿਵੇਂ ਇੱਕ ਕੋਈ ਗਰੁੱਪ ਆ ਰਿਹਾ, ਕੋਈ ਸਕੂਲ ਦੇ ਸਟੂਡੈਂਟਸ ਆ ਰਹੇ ਨੇ ਜਾਂ ਕਾਲਜਸ ਦੇ ਆ ਰਹੇ ਨੇ, ਉਂਝ ਵੀ ਕੋਈ ਗਰੁੱਪ ਆ ਰਿਹਾ, ਕੋਈ ਸੰਗਤ ਦਾ ਹੀ ਗਰੁੱਪ ਹੈ ਤੇ ਇੱਕ ਨਾਲ ਇੱਥੇ ਹੋਣਗੇ ਤੇ ਉਹ ਨਾਲ ਜਾਂਦੇ ਜਾਂਦੇ ਸਾਰਾ ਕੁਝ ਐਕਸਪਲੇਨ ਕਰੀ ਜਾਣਗੇ। ਅੱਛਾ, ਹੁਣ ਮੈਨੂੰ ਲੱਗਦਾ ਮੈਨੂੰ ਵੀ ਐਕਸਪਲੇਨੇਸ਼ਨ ਦੀ ਲੋੜ ਹੈ, ਤੁਸੀਂ ਪਲੀਜ਼ ਦੱਸ ਦਿਓ। ਮੈਂ ਤਾਂ ਚਾਹਾਂਗੀ ਤੁਸੀਂ ਖੁਦ ਪੜ੍ਹ ਕੇ ਦੇਖੋ, ਤੁਹਾਨੂੰ ਟਰਾਈ ਕਰੋ ਕਿ ਤੁਹਾਨੂੰ ਕਲੀਅਰ ਹੁੰਦਾ ਹੈ। ਅੱਛਾ, ਮੈਂ ਦੂਰ ਦੂਰ ਤੱਕ ਨਹੀਂ ਟਰਾਈ ਕਰਨਾ ਚਾਹੁੰਦਾ, ਇਸ ਕਰਕੇ ਮੈਂ ਤੁਹਾਨੂੰ ਉਡੀਕਦਾ ਰਿਹਾ ਕਿ ਤੁਸੀਂ ਆਓਗੇ ਤੇ ਇਹ ਐਕਸਪਲੇਨ ਕਰੋਗੇ ਮੇਰੇ ਲਈ। ਹਾਂਜੀ, ਇਹ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਨਿੰਮ ਜਦੋਂ ਅਸੀਂ ਖਾਂਦੇ ਹਾਂ ਸਾਨੂੰ ਬਹੁਤ ਕੌੜੀ ਲੱਗਦੀ ਹੈ ਕਿਉਂਕਿ ਉਹਦਾ ਪੱਤਾ ਜਿਹੜਾ ਹੈ ਉਹ ਬਿਟਰ ਹੁੰਦਾ ਹੈ ਕਾਫੀ, ਬਾਕੀ ਮਿੱਠਾ ਨਹੀਂ ਹੁੰਦਾ। ਸੋ ਇਹਦੇ ਵਿੱਚ ਉਹੀ ਚੀਜ਼ ਹੈ ਕਿ ਅਸੀਂ ਗੱਲ ਕਰ ਰਹੇ ਹਾਂ ਨਿੰਮ ਬਿਰਖ ਬਹੁ ਸੰਚੀਏ ਅੰਮ੍ਰਿਤ ਰਸ ਪਾਇਆ। ਸੋ ਕਿਉਂਕਿ ਸਾਨੂੰ ਪਤਾ ਹੈ ਵੀ ਨਿੰਮ ਵਿੱਚ ਬਹੁਤ ਕੜਵਾਹਟ ਹੁੰਦੀ ਹੈ, ਸੋ ਜੇ ਉਹਦੇ ਤੇ ਅਸੀਂ ਅੰਮ੍ਰਿਤ ਰਸ ਵੀ ਪਾ ਦਈਏ ਤਾਂ ਵੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਨਿੰਮ ਮਿੱਠੀ ਹੋ ਜਾਏਗੀ। ਉਹ ਆਪਣੀਆਂ ਕੁਆਲਿਟੀਜ਼ ਜਿਹੜੀਆਂ ਬੇਸਿਕ ਕੁਆਲਿਟੀਜ਼ ਹੈ ਉਹ ਕੋਈ ਵੀ ਚੀਜ਼ ਜਿਹੜੀ ਹੈ ਉਹ ਬਹੁਤ ਸੌਖੇ ਕਿਤੇ ਨਹੀਂ ਛੱਡਦੀ, ਛੱਡ ਵੀ ਨਹੀਂ ਸਕਦੀ। ਸੋ ਇੱਥੋਂ ਮੈਨੂੰ ਲੱਗਦਾ ਹੈ ਇਹੀ ਸਾਨੂੰ ਭਾਵ ਅਰਥ ਲੈਣਾ ਚਾਹੀਦਾ ਹੈ ਵੀ ਜੇ ਕੋਈ ਬੇਸਿਕਲੀ ਕੋਈ ਵੀ ਬੰਦਾ, ਜੇ ਮੈਂ ਇਹਨੂੰ ਇਸ ਤਰ੍ਹਾਂ ਐਕਸਪਲੇਨ ਕਰਾਂ ਕਿ ਜੇ ਉਹ ਕੌੜਾ ਬੋਲ ਰਿਹਾ ਹੈ ਤੇ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਸ਼ਾਇਦ ਉਹਦੀ ਕੜਵਾਹਟ ਜਿਹੜੀ ਹੈ ਉਹ ਖਤਮ ਹੋ ਜਾਏ, ਪਰ ਪੂਰੀ ਆਸ ਨਹੀਂ ਰੱਖਣੀ ਚਾਹੀਦੀ ਵੀ 100% ਹੀ ਅਸੀਂ ਜਿਹੜਾ ਹੈ ਉਹਨੂੰ ਬਦਲ ਸਕਦੇ ਹਾਂ। ਹਾਂਜੀ, ਸੋ ਇਹ ਇੱਕ ਮਤਲਬ ਜਿਵੇਂ ਹਰ ਇੱਕ ਬੰਦੇ ਦੀ ਆਪਣੀ ਪਰਸੈਪਸ਼ਨ ਹੋ ਸਕਦੀ ਹੈ। ਇੱਕ ਮਤਲਬ ਅਸੀਂ ਇਦਾਂ ਵੀ ਕੱਢ ਸਕਦੇ ਹਾਂ ਵੀ ਜੇ ਤੁਹਾਡੇ ਕੋਲ ਕੋਈ ਚੰਗਾ ਗੁਣ ਹੈ, ਨਿੰਮ ਦੀ ਚੰਗਿਆਈ ਜਿਹੜੀ ਉਹਦੇ ਕੌੜੇਪਨ ਕਰਕੇ ਹੈ ਵੀ ਇਹਦੇ ਨਾਲ ਸਕਿਨ ਦੀਆਂ, ਉਹ ਤੁਹਾਨੂੰ ਕੋਈ ਵੀ ਜਿਵੇਂ ਇੱਥੇ ਲਿਖਿਆ ਵੀ ਮਿੱਠਾ, ਜਿਵੇਂ ਮਿੱਠਾ ਸਵੀਟ ਨੈਕਟਰ ਪੋਰਿੰਗ ਕਰਕੇ ਆ ਬੜਾ ਤੁਹਾਨੂੰ ਲਾਲਚ ਦੇਵੇ, ਕੁਛ ਕਰੇ, ਉਹ ਆਪਣਾ ਗੁਣ ਨਾ ਗਵਾਵੇ, ਆਪਣੀ ਚੰਗਿਆਈ ਨਾ ਛੱਡ ਦੇਵੇ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ। ਇਹ ਵੀ ਮੈਸੇਜ ਹੈ। ਸੋ ਹਰ ਇੱਕ ਬੰਦੇ ਦਾ ਅਲੱਗ-ਅਲੱਗ ਮੈਸੇਜ ਜਿਵੇਂ ਮਰਜ਼ੀ ਅਸੀਂ ਕਰ ਲਈਏ, ਬਸ ਬੇਸ ਹੈ ਕਿ ਮੇਨ ਭਾਵ ਜਿਹੜਾ ਹੈ ਸਾਡਾ ਉਹ ਸਮਝ ਆਉਣਾ ਚਾਹੀਦਾ। ਮੈਨੂੰ ਲੱਗਦਾ ਕਿ ਮੇਨ ਭਾਵ ਬਿਲਕੁਲ ਸਮਝ ਆ ਰਿਹਾ ਹੈ ਔਰ ਨਿੰਮ ਦਾ ਤਾਂ ਬਿਲਕੁਲ ਉਹੀ ਹੈ ਕਿ ਉਹਦਾ ਇੱਕ ਗੁਣ ਵੀ ਆ ਕੌੜਾਪਨ, ਤੇ ਅਸੀਂ ਕਹਿ ਲਈਏ ਕਿ ਬੰਦੇ 'ਚ ਵੀ ਕਈ ਵਾਰੀ ਹੁੰਦਾ ਨਾ ਕਿ ਉਹ ਹਾਰਸ਼ ਬੋਲਦਾ ਹੁੰਦਾ, ਬਾਕੀ ਗੁਣ ਬਹੁਤ ਚੰਗੇ ਹੁੰਦੇ ਨੇ। ਅੱਛਾ, ਚੱਲਦੇ ਹਾਂ ਅਸੀਂ ਇੱਦਾਂ ਹੀ। ਇਹ ਪੂਰਾ ਗਾਰਡਨ ਜਿਹੜਾ ਹੈ, ਪੂਰਾ ਬਾਗ ਜਿਹੜਾ ਹੈ ਬੜੇ ਸੋਹਣੇ ਤਰੀਕੇ ਨਾਲ ਸਜਾਇਆ ਹੋਇਆ। ਅੱਛਾ, ਕੇਲਾ ਇਹ ਪੂਰੇ ਲਾਇਆ ਹੈ ਇਹਨਾਂ ਨੇ, ਪੂਰੀ ਲਾਈਨ ਕੇਲੇ ਦੀ ਹੈ ਨਾ, ਨਾਲ ਇਹਦੇ ਵਿੱਚ ਖਜੂਰ ਲੱਗੀ ਹੋਈ ਹੈ। ਤੇ ਕੇਲੇ ਦਾ ਵੀ ਮਹੱਤਵ ਜਿਹੜਾ ਹੈ ਉਹ ਗੁਰਬਾਣੀ ਦੇ ਵਿੱਚ ਬਹੁਤ ਹੈ। ਕੀ ਮਹੱਤਵ ਹੈ ਉਹ ਅੱਗੇ ਐਕਸਪਲੇਨੇਸ਼ਨ ਹੈ, ਹਰ ਪੌਦੇ ਦੀ ਤਰ੍ਹਾਂ ਉੱਤੇ ਵੀ ਇਹਨਾਂ ਨੇ ਜਿਹੜੀ ਹੈ ਕਾਰਵਿੰਗ ਕਰਕੇ ਉਹਦੀ ਐਕਸਪਲੇਨੇਸ਼ਨ ਲਿਖੀ ਹੈ, ਉਹਦਾ ਸਾਇੰਟੀਫਿਕ ਨੇਮ ਜਿਹੜਾ ਹੈ ਉਹ ਲਿਖਿਆ ਹੋਇਆ। ਸੋ ਅੱਛਾ, ਇਹ ਅਸੀਂ ਲਾਈਨ ਤਾਂ ਦੇਖ ਲਈ ਪੂਰੀ ਬਨਾਨਾ ਟਰੀਜ਼ ਦੀ ਹੈ ਨਾ, ਤੇ ਇਹਦਾ
ਕੀ ਇਹਦਾ ਭਾਵ ਹੈ, ਕੀ ਕਿੱਥੇ ਬਾਣੀ 'ਚ ਦਰਜ ਹੈ? ਭਗਤ ਕਬੀਰ ਜੀ ਦੀ ਪੰਕਤੀ ਹੈ ਜੀ। ਨੀਂਬ ਭਇਓ ਆਂਬ, ਆਂਬ ਭਇਓ ਨੀਂਬਾ, ਕੇਲਾ ਪਾਕਾ ਝਾਰ। ਇਹ ਅੰਗ 972 ਤੇ ਦਰਜ ਹੈ ਜੀ। ਤੇ ਇਹਦਾ ਇੰਗਲਿਸ਼ ਵਿੱਚ ਮੀਨਿੰਗ ਜਿਹੜਾ ਅਸੀਂ ਲਿਖਿਆ, ਦ ਮੋਰਟਲ ਅੰਡਰ ਦ ਇਲੂਜਨ ਇਮੈਜਿਨਸ ਦੈਟ ਨੀਮ ਇਜ਼ ਅ ਮੈਂਗੋ ਐਂਡ ਮੈਂਗੋ ਇਜ਼ ਅ ਨੀਮ ਐਂਡ ਦੈਟ ਬਨਾਨਾਸ ਰਾਈਪ ਔਨ ਅ ਥੋਰਨੀ ਬੁਸ਼। ਇਹਦਾ ਮਤਲਬ ਹੈ ਵੀ ਜਿਹੜਾ ਬੰਦਾ ਹਜੇ ਭਰਮ ਜਾਲ 'ਚ ਫਸਿਆ ਹੋਇਆ, ਉਹ ਨਿੰਮ ਨੂੰ ਕੇਲਾ ਵੀ ਕਹਿ ਸਕਦਾ, ਉਹ ਕੇਲੇ ਨੂੰ ਨਿੰਮ ਵੀ ਕਹਿ ਸਕਦਾ। ਉਹਨੂੰ ਇਹ ਵੀ ਲੱਗ ਸਕਦਾ ਵੀ ਜਿਹੜਾ ਕੇਲਾ ਜਿਹੜਾ ਅਸੀਂ ਖਾਂਦੇ ਹਾਂ ਫਰੂਟ, ਉਹ ਕਿਸੇ ਕੰਢੇ ਵਾਲੇ ਝਾੜ ਤੇ ਉੱਗਦਾ। ਪਰ ਤੁਸੀਂ ਦੇਖੋ ਸਾਹਮਣੇ, ਜੇ ਕੇਲੇ ਵੱਲ ਦੇਖੋਗੇ ਤੁਸੀਂ ਧਿਆਨ ਨਾਲ, ਇਸ ਪੇੜ ਤੇ ਪੂਰਾ ਕੋਈ ਕੰਡਾ ਨਹੀਂ ਹੈ। ਤੇ ਕੇਲਾ ਦੁਨੀਆ ਦਾ ਐਸਾ ਇਕੱਲਾ ਪੇੜ ਹੈ ਜਿਹੜਾ ਨਾਨ ਵੁੱਡੀ ਹੈ, ਇਹ 'ਚ ਵੁੱਡ ਨਹੀਂ ਹੁੰਦੀ। ਸੋ ਜਿਹੜਾ ਬੰਦਾ ਭਰਮ ਵਿੱਚ ਹੈ, ਉਹਨੂੰ ਰਿਐਲਿਟੀ ਦਾ ਪਤਾ ਨਹੀਂ ਹੁੰਦਾ, ਰਿਐਲਿਟੀ ਤੋਂ ਦੂਰ ਹੁੰਦਾ, ਜਾਂ ਜਿਹਨੂੰ ਨੌਲੇਜ ਨਹੀਂ ਹੈ, ਜਿਹਨੂੰ ਗਿਆਨ ਨਹੀਂ। ਔਰ ਮੈਨੂੰ ਲੱਗਦਾ ਹੈ ਕਿ ਇੱਕੋ ਪੌਦਾ ਹੈ ਜਿਹੜਾ ਤਣਾ ਸੇਮ ਹੈ, ਤਣੇ ਤੇ ਉੱਗਦਾ ਹੈ ਨਾ, ਪੂਰਾ ਦੁਨੀਆ 'ਚ ਇੱਕ ਹੀ ਪੌਦਾ ਹੈ। ਹਾਂਜੀ ਹਾਂਜੀ। ਸੋ ਇਹਦਾ ਹੁਣ ਭਾਵ ਅਸੀਂ ਇਸ ਤਰ੍ਹਾਂ ਵੀ ਲੈ ਸਕਦੇ ਹਾਂ ਕਿ ਅੰਬ ਕੇਲਾ ਦੋਨੋਂ ਫਰੂਟਸ ਨੇ। ਸੋ ਜਿਹਨੂੰ ਜਨਰਲ ਆਪਣੀ ਪਲੇਟ ਤੇ ਸਾਰਾ ਕੁਝ ਮਿਲ ਰਿਹਾ ਹੈ, ਉਹਨੂੰ ਇਹ ਨਹੀਂ ਪਤਾ ਵੀ ਇਹ ਲੱਗਦਾ ਕਿੱਥੇ ਹੈ, ਕਿਉਂਕਿ ਉਹਨੂੰ ਨੌਲੇਜ ਨਹੀਂ, ਉਹਨੇ ਕਦੀ ਦੇਖਿਆ ਹੀ ਨਹੀਂ। ਸੋ ਅਸੀਂ ਕਹਾਂਗੇ ਵੀ ਇੱਥੇ ਆਓ ਤੇ ਤੁਸੀਂ ਦੇਖੋ ਵੀ ਅੰਬ ਕਿਵੇਂ ਲੱਗਦਾ ਹੈ, ਕੇਲਾ ਕਿਵੇਂ ਲੱਗਦਾ ਹੈ, ਤੇ ਕਿਉਂ ਜਿਹਾ ਉਹਦਾ ਦਰਖਤ ਹੁੰਦਾ ਤੇ ਉਹਦੀਆਂ ਕੀ ਕੁਆਲਿਟੀਜ਼ ਹੈ। ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਤਣੇ ਤੇ ਲੱਗਦਾ ਹੈ, ਇਹਦਾ ਪੱਤਾ ਦੇਖੋ ਕਿੰਨਾ ਲੰਬਾ ਦਾ ਲੰਬਾ ਹੈ ਸਾਡੇ ਕੋਲ, ਤੇ ਅੰਬ ਤੇ ਬਿਲਕੁਲ ਹੀ ਡਿਫਰੈਂਟ ਹੁੰਦਾ ਹੈ। ਜਿਹਨੇ ਦੇਖਿਆ ਉਹਨੂੰ ਹੀ ਪਤਾ ਹੈ। ਸੋ ਜਿਹਨੂੰ ਇਨਫੋਰਮੇਸ਼ਨ ਹੈ, ਜਿਹਨੂੰ ਨੌਲੇਜ ਹੈ, ਉਹਦੇ ਸਾਰੇ ਭਰਮ ਆਪੇ ਹੀ ਗੁਰੂ ਸਾਹਿਬ ਕਹਿੰਦੇ ਨੇ ਦੂਰ ਹੋ ਜਾਂਦੇ ਨੇ। ਅੱਛਾ, ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਜਿਹੜੀਆਂ ਤੁਸੀਂ ਜਿਵੇਂ ਇੱਦਾਂ ਦੇ ਉਪਰਾਲੇ ਕਰਦੇ ਹੋ, ਇੱਕ ਤਾਂ ਉਪਰਾਲਾ ਇਹ ਹੁੰਦਾ ਕਿ ਹੁਣ ਅਸੀਂ ਨਾ ਸੋਸਾਇਟੀਕਲੀ ਬੜੇ ਅਪਲਿਫਟ ਹੋ ਗਏ ਹਾਂ, ਮੈਟਰੋਪੋਲੀਟਨ ਸਿਟੀਜ਼ ਆ ਬਣ ਗਈਆਂ ਨੇ ਸਾਡੀਆਂ ਵੀ। ਕਿਤੇ ਨਾ ਕਿਤੇ ਉਹ ਕੁਦਰਤ ਜਿਹੜੀ ਖੇਤੀ ਬਾਬਾ ਨਾਨਕ ਨੇ ਵੀ ਕੀਤੀ ਹੈ, ਉਹ ਖੇਤੀ ਤੋਂ ਅਸੀਂ ਦੂਰ ਹੋ ਗਏ ਹਾਂ। ਸੋ ਇਹ ਮੈਨੂੰ ਲੱਗਦਾ ਕਿ ਜੜ੍ਹਾਂ ਦੇ ਨਾਲ ਜੋੜਨ ਦਾ ਵੀ ਉਪਰਾਲਾ ਹੈ। ਹਾਂਜੀ ਬਿਲਕੁਲ, ਕਿਉਂਕਿ ਅਸੀਂ ਦੇਖ ਰਹੇ ਹਾਂ ਜੀ ਅੱਜ ਕੱਲ ਜਿੰਨੇ ਵੀ ਸਾਡੀ ਯੰਗ ਜਨਰੇਸ਼ਨ ਹੈ, ਉਹ ਜੌਬਸ ਦੇ ਵਿੱਚ ਹੈ, ਮਿੱਟੀ ਤੋਂ ਦੂਰ ਹੈ। ਤੇ ਜਿਹੜੇ ਬੱਚੇ ਨੇ ਉਹ ਵੀ ਸਕੂਲੀ ਪੜ੍ਹਾਈ 'ਚ ਰੁੱਝੇ ਨੇ, ਉਹ ਵੀ ਮਿੱਟੀ ਤੋਂ ਦੂਰ ਨੇ। ਤੇ ਜਿਹੜਾ ਵਾਤਾਵਰਨ ਹੈ, ਉਹ ਸਾਨੂੰ ਕਿਉਂ ਇੱਕ ਪ੍ਰਾਇਰਟੀ ਹੁਣ ਬਣਾਉਣ ਦੀ ਲੋੜ ਹੈ, ਚਾਹੇ ਉਹ UN ਹੈ, ਚਾਹੇ ਜਿੰਨੀਆਂ ਵੀ ਵੱਡੀਆਂ ਸੰਸਥਾਵਾਂ। ਅਸੀਂ ਕਲਾਈਮੇਟ ਚੇਂਜ ਦੀ ਗੱਲ ਕਰਦੇ ਹਾਂ, ਠੀਕ ਹੈ ਨਾ ਜੀ। ਅਸੀਂ ਕਹਿੰਦੇ ਹਾਂ ਕਲਾਈਮੇਟ ਕ੍ਰਾਈਸਿਸ ਹੈ, ਅਸੀਂ ਇਹੋ ਜਿਹੇ ਵਰਡਸ ਯੂਜ਼ ਕਰਦੇ ਹਾਂ। ਸਾਡਾ ਪਾਣੀ ਪੰਜਾਬ ਦਾ ਖਤਮ ਹੋ ਰਿਹਾ, ਉਹਦਾ ਕਾਰਨ ਹੀ ਇੱਕੋ ਹੈ ਕਿ ਅਸੀਂ ਵਾਤਾਵਰਨ ਨਾਲ ਜਿਹੜੀ ਸਾਡੀ ਮੁੱਢਲੀ ਸਾਂਝ ਹੈ, ਉਹਦੇ ਤੋਂ ਦੂਰ ਹੋ ਗਏ ਹਾਂ। ਕੋਈ ਸਾਡਾ ਲਿੰਕ ਨਹੀਂ ਹੈ ਵਾਤਾਵਰਨ ਨਾਲ। ਸੋ ਈਕੋਸਿਕ ਦੇ ਵਿੱਚ ਅਸੀਂ ਇਹੀ ਟਰਾਈ ਕਰ ਰਹੇ ਹਾਂ ਕਿ ਜਿੰਨਾ ਵੱਧ ਤੋਂ ਵੱਧ ਹੋ ਸਕੇ ਕੁਦਰਤੀ ਪ੍ਰੇਮ ਨੂੰ ਉਜਾਗਰ ਕਰੀਏ। ਜੇ ਸਾਡੇ ਕੋਲ ਇਹੋ ਜਿਹੇ ਲਾਈਵਲੀ ਮਿਊਜ਼ੀਅਮਸ ਹੋਣਗੇ ਤੇ ਸਾਡੇ ਬੱਚੇ, ਸਾਡੇ ਜਵਾਨ, ਅਸੀਂ ਆਪ, ਸਾਡੀ ਆਪਣੀ ਪੀੜ੍ਹੀ ਜਿਹੜੀ ਹੈ ਉਹ ਇਹਦੇ ਨਾਲ ਜੁੜੇਗੀ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਵਾਤਾਵਰਨ ਦੀ ਮਹੱਤਤਾ ਪਤਾ ਲੱਗ ਸਕੇ, ਉਹਨਾਂ ਨੂੰ ਵਾਤਾਵਰਨ ਆਪਣੇ ਦੁਆਲੇ ਸੋਹਣਾ ਸੁਹਿਰਦ ਵਾਤਾਵਰਨ ਦਿਖ ਸਕੇ, ਜਿਹਦੇ ਵਿੱਚ ਪੋਲਿਊਸ਼ਨ ਨਾ ਹੋਵੇ। ਠੀਕ ਹੈ ਨਾ ਜੀ, ਕਿਉਂਕਿ ਅੱਜ ਕੱਲ ਅਸੀਂ ਨੈਗੇਟਿਵ ਗੱਲ ਜ਼ਿਆਦਾ ਕਰਦੇ ਹਾਂ ਔਰ ਪੋਜ਼ਿਟਿਵ ਗੱਲਾਂ ਸਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀਆਂ। ਸੋ ਮੇਨ ਫੋਕਸ ਸਾਡਾ ਇਹ ਹੈ ਕਿ ਬਿਲਕੁਲ ਪੋਜ਼ਿਟਿਵ ਜੋ ਚੀਜ਼ਾਂ ਸਾਡੇ ਅਸੀਂ ਕਰ ਸਕਦੇ ਹਾਂ, ਜੋ ਅਸੀਂ ਸਮਰੱਥਾ ਰੱਖਦੇ ਹਾਂ ਆਪਣੇ ਜੀਵਨ ਵਿੱਚ, ਉਹ ਕਰੀਏ ਤਾਂ ਕਿ ਦੂਜਿਆਂ ਵਾਸਤੇ ਅਸੀਂ ਪ੍ਰੇਰਨਾ ਬਣ ਸਕੀਏ। ਔਰ ਜੋ ਗੁਰੂ ਸਾਹਿਬ ਨੇ ਸਾਨੂੰ ਲੀਹ ਦਿੱਤੀ ਹੈ, ਉਹਨੂੰ ਪ੍ਰੈਕਟੀਕਲੀ ਕਰੀਏ। ਇਹ ਨਹੀਂ ਕਿ ਵੀ ਬਸ ਪਤਾ ਚੱਲ ਗਿਆ ਐਵੇਂ ਕਰਨਾ ਹੈ, ਇੰਜ ਹੋਣਾ ਚਾਹੀਦਾ, ਇਹਨੂੰ ਇੰਜ ਕਰਨਾ ਚਾਹੀਦਾ, ਉਹਨੂੰ ਪ੍ਰੈਕਟੀਕਲੀ ਕਰੀਏ, ਉਪਰਾਲਾ ਕਰੀਏ, ਸਾਰੇ ਮਿਲ ਕੇ ਕਰੀਏ। ਅੱਛਾ, ਅਸੀਂ ਅੰਬ ਦੇ ਬੂਟੇ ਦੀ ਗੱਲ ਕਰ ਰਹੇ ਸੀ, ਤਾਂ ਫਿਰ ਉਹ ਅੰਬ ਵਾਲਾ ਸੈਕਸ਼ਨ ਵੀ ਮੈਨੂੰ ਲੱਗਦਾ ਆ ਗਿਆ ਆ, ਤੇ ਚੱਲਦੇ ਹਾਂ ਫਿਰ। ਸਵਾਬ ਬਣ ਗਿਆ ਨਾ ਇਹ। ਹਲੇ ਅੰਬ ਵੈਸੇ ਛੋਟਾ ਹੈ ਨਾ, ਛੋਟੇ ਹਲੇ ਥੋੜੇ ਦੇਰ ਦਾ ਮੈਨੂੰ ਲੱਗਦਾ ਹੈ। ਹਾਂਜੀ, ਹੁਣੇ ਕਈ ਲੱਗੇ ਨੇ ਜੀ, ਸੋ ਉਹਦੇ ਕਰਕੇ ਟਾਈਮ ਲੱਗਦਾ ਹੈ। ਰੁੱਖਾਂ ਨੇ ਆਪਣਾ ਟਾਈਮ ਲੈਣਾ ਹੈ ਵੱਡੇ ਹੋਣ ਤੇ। ਸੋ ਕੋਕਿਲ ਹੋਵਾਂ ਅੰਬ ਬਸਾਂ ਸਹਿਜ ਸ਼ਬਦ ਵਿਚਾਰ। ਸੋ ਕੋਇਲ ਆਪਾਂ ਸਾਰਿਆਂ ਨੇ ਦੇਖੀ ਹੈ, ਔਰ ਇਹ ਵੀ ਪਤਾ ਹੈ ਵੀ ਕੋਇਲ ਕਿੱਥੇ ਬੈਠਣਾ ਪਸੰਦ ਕਰਦੀ। ਉਹਨੂੰ ਅੰਬ ਦਾ ਬੂਟਾ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਘਣਾ ਹੁੰਦਾ ਹੈ, ਛਾਂ ਬੜੀ ਵਧੀਆ ਹੁੰਦੀ ਹੈ, ਔਰ ਜਿਹੜੀ ਉਹਦੀ ਆਵਾਜ਼ ਹੈ ਕੋਇਲ ਦੀ, ਉਹ ਦੂਰ ਦੂਰ ਤੱਕ ਪਹੁੰਚਦੀ ਹੈ। ਸੋ ਕੋਕਿਲ ਨੂੰ ਅੰਬ ਦਾ ਹੀ ਬੂਟਾ ਜਿਹੜਾ ਹੈ ਉਹ ਵਧੀਆ ਲੱਗਦਾ ਹੈ, ਤੇ ਉੱਥੇ ਹੀ ਉਹ ਕਹਿੰਦੀ ਕਿ ਮੈਂ ਗੁਰੂ ਦਾ ਨਾਮ ਲੈ ਕੇ ਖੁਸ਼ ਹੁੰਦੀ ਹਾਂ। ਤੇ ਮੈਂ ਕਿਉਂ ਗਾਉਂਦੀ ਹਾਂ? ਮੈਨੂੰ ਮੇਰਾ ਜਿਹੜਾ ਗੁਰੂ ਹੈ ਉਹ ਤਾਂ ਕਿ ਮੈਨੂੰ ਮਿਲੇ। ਸੋ ਇੱਥੇ ਹੁਣ ਜਿਹਨੂੰ ਕੋਇਲ ਦਾ ਵੀ ਪਤਾ ਲੱਗ ਗਿਆ ਤੇ ਅੰਬ ਦਾ ਵੀ ਪਤਾ ਲੱਗ ਗਿਆ, ਤੇ ਕੋਇਲ ਦੇ ਘਰ ਦਾ ਵੀ ਪਤਾ ਲੱਗ ਗਿਆ ਵੀ ਉਹ ਕਿੱਥੇ ਬੈਠਣਾ ਪਸੰਦ ਕਰਦੀ ਹੈ, ਉਹਦਾ ਬਸੇਰਾ ਕਿੱਥੇ ਹੁੰਦਾ। ਹਾਂਜੀ ਪਵਨੀਤ ਜੀ, ਤੁਸੀਂ ਕੁਝ ਕਹਿਣਾ ਚਾਹੋ? ਅੱਛਾ, ਮਤਲਬ ਅਸੀਂ ਦੋ ਪੁਆਇੰਟ ਆਫ ਵਿਊ ਲੈ ਕੇ ਜਾ ਰਹੇ ਹਾਂ ਹੈ ਨਾ ਕਿ ਹਾਂ ਦੇਖੋ, ਹਾਂ ਇੱਕ ਤਾਂ ਹਰ ਇੱਕ ਬੰਦੇ ਦਾ ਆਪਣਾ ਅਲੱਗ ਪਰਸੈਪਸ਼ਨ ਹੋ ਸਕਦਾ ਹੈ। ਜਿਵੇਂ ਪਿੱਛੇ ਅਸੀਂ ਮੈਂ ਉਹ ਗੱਲ ਨੂੰ ਕੰਟੀਨਿਊ ਵੀ ਕਰਾਂ ਵੀ ਜੇ ਅਸੀਂ ਕਲਾਈਮੇਟ ਕ੍ਰਾਈਸਿਸ ਦੀ ਜਾਂ ਕਲਾਈਮੇਟ ਚੇਂਜ ਦੀ ਗੱਲ ਕਰਦੇ ਹਾਂ, ਤੇ ਸਿੱਖ ਹੋਣ ਦੇ ਨਾਤੇ, ਜਾਂ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਗੁਰੂ ਨੇ, ਹੈ ਨਾ ਜੀ, ਸਾਰਿਆਂ ਵਾਸਤੇ ਓਪਨ ਨੌਲੇਜ ਹੈ।
ਤੇ ਜੇ ਅਸੀਂ ਕਲਾਈਮੇਟ ਬਾਰੇ ਵੀ ਸੇਧ ਲੈਣੀ ਹੈ ਤੇ ਆਪਾਂ ਗੁਰੂ ਸਾਹਿਬ ਤੋਂ ਕਿੱਦਾਂ ਸੇਧ ਲੈ ਸਕਦੇ ਹਾਂ। ਤੇ ਨਾਲੇ ਅਸੀਂ ਕਹਿੰਦੇ ਹਾਂ ਬਲਿਹਾਰੀ ਕੁਦਰਤ ਵਸਿਆ, ਜਿਹੜਾ ਗੁਰੂ ਹੈ ਉਹ ਕੁਦਰਤ ਦੇ ਵਿੱਚ ਵਸਦਾ, ਤੇ ਕੁਦਰਤ ਦੇ ਵਿੱਚੋਂ ਗੁਰੂ ਸਾਹਿਬ ਦਾ ਮੈਸੇਜ ਲੈਣਾ ਕਿੱਦਾਂ। ਜਿਵੇਂ ਅੱਜ ਤੁਸੀਂ ਕਿਹਾ ਵੀ 2 ਪੁਆਇੰਟ ਆਫ ਵਿਊਜ਼ ਨਾਲ ਅਸੀਂ ਲੈ ਰਹੇ ਹਾਂ, ਮੈਂ ਕੁਦਰਤ ਵਿੱਚੋਂ ਇਹ ਵਾਲਾ ਮੈਸੇਜ ਲੈ ਰਿਹਾ, ਮੈਡਮ ਕੁਝ ਦੂਜਾ ਲੈ ਰਹੇ ਨੇ, ਤੁਸੀਂ ਕੋਈ ਹੋਰ ਲਓਗੇ। ਸੋ ਸਾਰੇ ਆਪਣੇ ਆਲੇ ਦੁਆਲੇ ਵਾਤਾਵਰਣ 'ਚ ਜੇ ਕੁਦਰਤੀ ਵਾਤਾਵਰਣ 'ਚ ਰਵਾਂਗੇ, ਕੁਦਰਤ ਦੇ ਨਾਲ, ਪੇੜਾਂ ਪੌਦਿਆਂ ਨਾਲ, ਜੀਵ ਜੰਤੂਆਂ ਨਾਲ ਜੋ ਰੱਬ ਦੇ ਬਣਾਏ ਨੇ, ਇਹਨਾਂ ਵਿੱਚ ਰਵਾਂਗੇ ਤੇ ਇਹਨਾਂ ਨੂੰ ਐਜ਼ ਐਨ ਐਗਜ਼ਾਮਪਲ ਇਹਨਾਂ ਤੋਂ ਸਿੱਖਾਂਗੇ ਤੇ ਤਾਂ ਸਾਡੀ ਲਾਈਫ 'ਚ ਸੁਧਾਰ ਹੋਊਗਾ। ਅਸੀਂ ਗੁਰੂ ਸਾਹਿਬ ਤੋਂ ਇਦਾਂ, ਗੁਰੂ ਗ੍ਰੰਥ ਸਾਹਿਬ ਬਾਗ ਤੋਂ ਇਦਾਂ ਸੇਧ ਲੈ ਸਕਦੇ ਹਾਂ ਜੀ। ਅੱਛਾ, ਮੈਂ ਸੁਪ੍ਰੀਤ ਜੀ ਇੱਕ ਨਾ ਸਾਖੀ ਸ਼ਾਇਦ ਉਹ ਛੋਟੇ ਹੁੰਦੇ ਕਿਤੇ ਬਜ਼ੁਰਗ ਪੜਾਉਂਦੇ ਹੁੰਦੇ ਸੀਗੇ, ਉਹ ਕਹਿੰਦੇ ਕਿ ਬਾਬੇ ਨਾਨਕ ਜਦੋਂ ਆਪਣੇ ਉਦਾਸੀਆਂ ਤੇ ਜਾਂਦਾ ਹੈ ਬਾਬਾ ਨਾਨਕ ਹੁਣੀ, ਤੇ ਕਹਿੰਦੇ ਕਿ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਇੱਕ ਪਿੰਡ ਨੇ ਕਿਸੇ ਨੇ ਕੁਛ ਨਹੀਂ ਬਾਬਾ ਜੀ ਨੂੰ ਦਿੱਤਾ, ਤੇ ਉਹ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਵਸਦੇ ਰਹੋ, ਤੇ ਦੂਸਰੇ ਪਿੰਡ ਨੇ ਬੜੀ ਸੇਵਾ ਕੀਤੀ ਆ ਤੇ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਉੱਜੜ ਜਾਓ। ਤੇ ਫਿਰ ਉਹ ਦੱਸਦੇ ਹੁੰਦੇ ਸੀ ਵੀ ਉਹਨਾਂ ਨੇ ਇਦਾਂ ਕਿਹਾ ਵੀ ਇਹ ਚੰਗੇ ਆ, ਜਿੱਥੇ ਜਾਣਗੇ ਲੋਕਾਂ ਨੂੰ ਸਿਖਾਉਣਗੇ ਤੇ ਸਹੀ ਵੀ ਵਸਦੇ ਰਹਿਣਗੇ, ਆਪਣੇ ਗੁਣਾਂ ਨਾਲ ਜਿਹੜੀ ਹੈ ਉਹ ਹੋਰਾਂ ਨੂੰ ਵੀ ਗੁਣੀ ਬਣਾਉਣਗੇ, ਤੇ ਜਿਹੜੇ ਦੇ ਵਿੱਚ ਗੁਣ ਨਹੀਂ ਹੈਗਾ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ, ਤਾਂ ਕਿ ਉਹ ਉੱਥੇ ਹੀ ਰਵੇ, ਉਹ ਦੂਜੇ ਪਾਸੇ ਜਾ ਕੇ ਨਾ ਆਪਣੇ ਚੀਜ਼ਾਂ ਜਿਹੜੀਆਂ ਉਹਨਾਂ ਦੀ ਸਾਂਝ ਪਾਏ। ਸੋ ਮੈਨੂੰ ਲੱਗਦਾ ਕਿ ਫਿਰ ਜੇ ਹੁਣ ਇਹਨੂੰ ਵੀ ਦੇਖਣਾ ਤੇ ਘਰੋਂ ਨਿਕਲਣਾ ਪੈਣਾ, ਉਜੜਨਾ ਤਾਂ ਨਹੀਂ ਕਹਿ ਸਕਦੇ ਵੀ ਘਰੋਂ ਤੋਂ ਬਾਹਰ ਆਉਣਾ ਹੀ ਪੈਣਾ ਹੈ ਨਾ, ਕਿ ਤੁਸੀਂ ਜੇ ਜ਼ਿੰਦਗੀ ਨੂੰ ਉਦਮ ਕਰਨਾ ਪੈਣਾ ਹੈ ਨਾ, ਜ਼ਿੰਦਗੀ ਨੂੰ ਦੇਖਣਾ ਤੇ ਇਹ ਦੇਖ ਕੇ ਜੇ ਆਪਾਂ ਕਹੀਏ ਮੀਡੀਆ ਦੇ ਥਰੂ ਦੇਖ ਲਾਂਗੇ ਤੇ ਉਹ ਗੱਲ ਨਹੀਂ ਬਣਦੀ। ਹੁਣ ਇੱਥੇ ਅਸੀਂ ਖੜੇ ਆ, ਤੁਸੀਂ ਜੇ ਉਧਰ ਦੇਖੋ ਵੀ ਕਿੰਨੀਆਂ ਤਿਤਲੀਆਂ ਨੇ ਜਾਂ ਕਿੰਨੀਆਂ ਆਵਾਜ਼ਾਂ, ਜੇ ਅਸੀਂ ਚੁੱਪ ਕਰੀਏ ਤਾਂ ਸਾਨੂੰ ਬੜੀਆਂ ਸਾਰੀਆਂ ਆਵਾਜ਼ਾਂ ਆਣਗੀਆਂ, ਭੌਰਿਆਂ ਦੀਆਂ, ਚਿੜੀਆਂ ਦੀਆਂ, ਹੋਰ ਬਹੁਤ ਆਵਾਜ਼ਾਂ ਨੇ। ਸੋ ਉਹ ਐਕਸਪੀਰੀਅੰਸ ਤੋਂ ਹੀ ਅਸੀਂ ਜਿਹੜਾ ਹੈ ਉਹਨੂੰ ਮਹਿਸੂਸ ਕਰ ਸਕਦੇ ਹਾਂ। ਹਾਂਜੀ ਹਾਂਜੀ, ਵਾਕਈ ਅੱਛਾ, ਇਹ ਮੈਂ ਗੱਲ ਇਸ ਲਈ ਵੀ ਦੱਸਦਾ ਕਿ ਇਹ ਸਿਰਫ ਸਾਡਾ ਵੀ ਇਹੀ ਮਕਸਦ ਹੈ ਕਿ ਤੁਹਾਨੂੰ ਤੁਹਾਡੇ ਤੱਕ ਚੀਜ਼ ਪਹੁੰਚ ਜਾਏ ਵੀ ਕੋਈ ਐਗਜ਼ਿਸਟ ਕਰਦੀ ਹੈ ਚੀਜ਼। ਜਿੱਦਾਂ ਅਸੀਂ ਸਵੇਰੇ ਆਏ ਸੀਗੇ ਤੇ ਇੰਨਾ ਕੁਛ ਇੱਥੇ ਦੇਖਣ ਨੂੰ ਮਿਲਦਾ ਆ, ਤੇ ਤੁਹਾਡੀ ਵੀ ਰੂਹ ਜਿਹੜੀ ਆ ਹੋ ਜਾਏਗੀ। ਅੱਛਾ, ਹੁਣ ਅਸੀਂ ਆ ਚੁੱਕੇ ਹਾਂ ਕਿਸੇ ਪੌਦੇ ਦੇ ਥੱਲੇ, ਪੌਦੇ ਦਾ ਨਾਂ ਢੱਕ ਹੈ, ਕੀ ਮਹੱਤਵ ਹੈ ਇਹਦਾ? ਬਾਣੀ ਵਿੱਚ ਲਿਖਿਆ ਜੀ, ਜੈ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ। ਸੋ ਮਤਲਬ ਇੱਥੇ ਇਹ ਵੀ ਇੱਕ ਪੁਆਇੰਟ ਹੋ ਸਕਦਾ ਵੀ ਕੋਈ ਲੋਕ ਕਹਿਣਗੇ ਵੀ ਢੱਕ ਦਾ ਕੋਈ ਫਾਇਦਾ ਹੈ ਜਾਂ ਨਹੀਂ ਹੈ। ਸੋ ਇਹ ਵਾਲੇ ਸ਼ਬਦ ਦੇ ਵਿੱਚ ਕੰਟੈਕਸਟ ਵਿੱਚ ਜਿਹੜਾ ਢੱਕ ਦਾ ਬੂਟਾ, ਜਿਹਦਾ ਬੁਟੇਆ ਮੋਨੋਸਪਰਮਾ ਨਾਮ ਹੈ, ਉਹਨੂੰ ਇਹ ਦਰਸਾਇਆ ਗਿਆ ਵੀ ਇਹਦਾ ਕੋਈ ਮਤਲਬ ਬਹੁਤਾ ਕੋਈ ਫਾਇਦਾ ਨਹੀਂ ਹੈਗਾ। ਮਤਲਬ ਕੁਦਰਤ 'ਚ ਹਰ ਚੀਜ਼ ਨਹੀਂ ਹੈ ਵੀ ਅਸੀਂ ਇਨਸਾਨ ਹੋਣ ਦੇ ਨਾਤੇ ਉਹਦੇ ਤੋਂ ਫਾਇਦਾ ਹੀ ਖਿੱਚਣਾ ਕੋਈ। ਸੋ ਕਬੀਰ ਸਾਹਿਬ ਨੇ ਇਹਦੇ ਬੂਟੇ ਦਾ ਵੀ ਜੇ ਕੋਈ ਜਿਵੇਂ ਨਾਰਮਲ ਰੂਟੀਨ ਲਾਈਫ 'ਚ ਜੇ ਇਹਦਾ ਯੂਜ਼ ਨਹੀਂ ਹੈ, ਉਹਦਾ ਐਗਜ਼ਾਮਪਲ ਲੈਂਦੇ ਸਮਝਾਇਆ ਵੀ ਜਿਹੜੀ ਫੈਮਿਲੀ ਦੇ ਵਿੱਚ, ਜਿਹੜੀ ਐਨਸੈਸਟਰੀ ਦੇ ਵਿੱਚ ਕੋਈ ਭਗਤੀ ਕਰਨ ਵਾਲਾ ਬੰਦਾ ਨਹੀਂ ਹੈ, ਉਹ ਇਟ ਇਜ਼ ਐਜ਼ ਯੂਜ਼ਲੈਸ, ਉਹ ਇੰਨਾ ਹੀ ਬੇਕਾਰ ਹੈ ਜਿਵੇਂ ਢੱਕਦਾ ਟਰੀ ਦਾ ਕੋਈ ਰੂਟੀਨ ਦੇ ਵਿੱਚ ਯੂਜ਼ ਨਹੀਂ ਹੈ। ਸੋ ਇਹਦਾ ਮਤਲਬ ਹੈ ਵੀ ਕੋਈ ਨਾ ਕੋਈ ਤੁਹਾਡੇ ਪੂਰੇ ਕੁੱਲ ਦੇ ਵਿੱਚ ਕੋਈ ਨਾ ਕੋਈ ਭਗਤੀ ਵਾਲਾ ਬੰਦਾ ਤੁਹਾਡੀ ਫੈਮਿਲੀ ਦੇ ਵਿੱਚ, ਜਿਹੜੀ ਕੁਦਰਤ ਦੀ ਭਗਤੀ ਹੈ ਜਾਂ ਅਕਾਲ ਪੁਰਖ ਦੀ ਭਗਤੀ ਹੈ, ਇਹ ਕਰਨ ਵਾਲਾ ਬੰਦਾ ਹੋਣਾ ਚਾਹੀਦਾ। ਤੇ ਇੱਕ ਬੰਦਾ ਹੀ ਪੂਰੀ ਕੁੱਲ ਨੂੰ ਉਤਾਰ ਦਿੰਦਾ ਹੈ। ਗੁਰਬਾਣੀ 'ਚ ਮੈਸੇਜ ਸਾਨੂੰ ਹਰ ਜਗ੍ਹਾ ਮਿਲਦਾ। ਅੱਛਾ, ਮੈਂ ਕਿਹਾ ਨਾ ਮੈਂ ਦੂਸਰਾ ਆਪਸ਼ਨ ਵੀ ਲੈ ਕੇ ਚੱਲਦਾ ਕਿ ਵਿਊ ਕੀ ਹੈ ਨਾ, ਕਿਉਂਕਿ ਕਲੀਅਰ ਹੋ ਜਾਂਦਾ। ਸੁਪ੍ਰੀਤ ਜੀ, ਤੁਹਾਡਾ ਵਿਊ ਕੀ ਹੈ ਦਿੱਤੇ? ਮੇਰਾ ਵੀ ਇਹੀ ਹੈ ਜੀ ਬਿਲਕੁਲ, ਕਿ ਅਸੀਂ ਜੇ ਗੁਰੂ ਜੀ ਵਾਲੇ ਬਣਨਾ ਹੈ ਤੇ ਸਾਨੂੰ ਗੁਰੂ ਨਾਲ ਜੁੜਨਾ ਪਏਗਾ। ਮੈਂ ਤੇ ਇਹੀ ਕਵਾਂਗੀ ਕਿ ਸਿੰਪਲ ਜਿਹੜਾ ਮੇਰੇ ਵਰਗਾ ਬੰਦਾ ਉਹ ਇਹਦੇ ਤੋਂ ਇਹੀ ਮੈਸੇਜ ਲੈਂਦਾ ਕਿ ਜੇ ਗੁਰੂ ਵਾਲੇ ਬਣਨਾ ਹੈ ਤੇ ਗੁਰੂ ਨਾਲ ਜੁੜਨਾ ਪਏਗਾ, ਬਾਣੀ ਨੂੰ ਪੜ੍ਹਨਾ ਪਏਗਾ, ਹੋਰ ਕੋਈ ਸ਼ਾਰਟਕਟ ਨਹੀਂ ਹੈਗਾ। ਬਿਲਕੁਲ। ਅੱਛਾ, ਸ਼ਾਰਟਕਟ ਅਸੀਂ ਵੀ ਨਹੀਂ ਲੈ ਰਹੇ, ਅਸੀਂ ਪੂਰਾ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਗ ਜਿਹੜਾ ਆ ਉਹਨੂੰ ਤੁਰ ਕੇ ਜਿਹੜਾ ਉਹਦਾ ਨਜ਼ਾਰਾ ਲੈ ਰਹੇ ਹਾਂ। ਅੱਗੇ ਜਾ ਕੇ ਨਾ, ਮੈਂ ਜਦੋਂ ਪਹਿਲਾਂ ਇੱਥੇ ਕੈਮਰੇ ਤੋਂ ਬਿਨਾਂ ਆਇਆ ਸੀਗਾ ਤੇ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਇੱਥੇ ਸਿੰਬਲ ਦਾ ਇੱਕ ਪੂਰੀ ਤੁਸੀਂ ਲੇਨ ਲਾਈ ਹੋਈ ਹੈ, ਸਿੰਬਲ ਰੁੱਖ। ਤੇ ਸਿੰਬਲ ਰੁੱਖ ਦਾ ਵੈਸੇ ਵੀ ਜਿਹੜਾ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਦੱਸਿਆ ਹੈ ਕਿ ਸਿੰਬਲ ਰੁੱਖ ਜਿਹੜਾ ਆ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਕਰੈਕਟਰ ਜਿਹੜਾ ਹੈ ਨਾ ਇੱਕ ਬੰਦੇ ਦਾ, ਉਹਨੂੰ ਵੀ ਨਾਲ ਨਾਲ ਵਿਆਖਿਆ ਕੀਤੀ। ਜੇ ਕਰੈਕਟਰ ਦੇ ਹਿਸਾਬ ਦੇ ਨਾਲ ਸਿੰਬਲ ਨੂੰ ਦੇਖੀਏ ਤਾਂ ਆਪਣੀ ਜੀ ਤੁਸੀਂ ਕੀ ਦੇਖਦੇ ਹੋ ਇਹ ਸਿੰਬਲ ਰੁੱਖ ਤੋਂ? ਸਿੰਬਲ ਦਾ ਰੁੱਖ ਜੀ ਬਹੁਤ ਵੱਡਾ ਹੁੰਦਾ, ਬਹੁਤ ਇਹ ਫਾਸਟ ਗਰੋਇੰਗ ਸਪੀਸ਼ੀ ਹੈ ਤੇ ਇਹਦੇ ਤੇ ਬਹੁਤ ਘੱਟ ਨੈਸਟਿੰਗ ਦੇਖੀ ਜਾਂਦੀ ਹੈ ਬਰਡਸ ਦੀ। ਫਲਾਰ ਇਹਦੇ ਬਹੁਤ ਸੋਹਣੇ ਹੁੰਦੇ ਨੇ, ਮਤਲਬ ਜਦੋਂ ਇਹਦਾ ਫਲਾਰਿੰਗ ਸੀਜ਼ਨ ਹੁੰਦਾ ਹੈ ਪੂਰਾ ਭਰ ਜਾਂਦਾ ਲਾਲ ਸੋਹਣੇ ਸੋਹਣੇ ਫੁੱਲਾਂ ਨਾਲ। ਪਰ ਸਿਮਿਲਰਲੀ ਹੈ ਬਰਡਸ ਵਾਸਤੇ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੈ, ਨਾ ਇਹਦੇ ਤੇ ਕੋਈ ਫਰੂਟ ਹੈ ਜਿਹੜਾ ਉਹਨਾਂ ਦਾ ਐਡੀਬਲ ਹੈ, ਤੇ ਨਾ ਇਹਦੇ ਤੇ ਨੈਸਟਿੰਗ ਹੁੰਦੀ ਹੈ, ਤੇ ਪੱਤਿਆਂ ਦੀ ਸ਼ੇਪ ਹੀ ਇਹੋ ਜਿਹੀ ਹੈ। ਸੋ ਭਾਵੇਂ ਇੰਨਾ ਉੱਚਾ ਲੰਬਾ ਆਪਣੇ ਆਪ ਨੂੰ, ਜੇ ਕੋਈ ਬੰਦਾ ਐਰੋਗੈਂਟ ਹੋ ਕੇ ਜਾਂ ਪ੍ਰਾਊਡ ਹੋ ਕੇ ਹੰਕਾਰ 'ਚ ਕਹੇ ਵੀ ਮੈਂ ਤਾਂ ਬੜਾ ਸੋਹਣਾ ਜੀ, ਮੇਰਾ ਪਹਿਰਾਵਾ ਬੜਾ ਸੋਹਣਾ ਹੈ ਤੇ ਮੇਰੀ ਹਾਈਟ ਲੰਬੀ ਹੈ, ਮੈਂ ਬੜਾ ਸੋਹਣਾ ਦਿਖਦਾ ਹਾਂ ਤੇ ਇਸ ਕਰਕੇ ਮੈਂ ਲੋਕਾਂ ਦੇ ਕੰਮ ਆਵਾਂ, ਪਰ ਲੋਕਾਂ ਵਾਸਤੇ ਮੇਰਾ ਕੋਈ ਫਾਇਦਾ ਨਹੀਂ। ਮੈਂ ਭਾਵੇਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਸ਼ੋ ਕਰੀ ਜਾਵਾਂ,
ਮਤਲਬ ਲੋਕਾਂ ਵਾਸਤੇ ਪ੍ਰੀਟੈਂਸ਼ੀਅਸ ਬਣ ਜਾਵਾਂ, ਦਿਖਾਵੇਬਾਜ਼ੀ 'ਚ ਆ ਜਾਵਾਂ, ਪਰ ਉਹਦਾ ਕੋਈ ਫਾਇਦਾ ਨਹੀਂ। ਇਹ ਸਿਮਲ ਤੋਂ ਦੇਖ ਕੇ ਮੈਨੂੰ ਇਹੀ ਮੈਸੇਜ ਮਿਲਦਾ। ਤੇ ਬਾਣੀ ਦੇ ਵਿੱਚ ਵੀ ਇਹਨਾਂ ਲਾਈਨਸ 'ਤੇ ਲਿਖਿਆ ਵੀ ਸਿਮਲ ਰੁੱਖ ਸਰਾਇਰਾ, ਵੀ ਜਿਹੜਾ ਸਿਮਲ ਰੁੱਖ ਇਹ ਮੰਨਿਆ ਜਾਂਦਾ ਅਤ ਦੀਰਘ, ਬਹੁਤ ਚੌੜਾ ਤੇ ਬਹੁਤ ਉੱਚਾ। ਓਏ ਜੇ ਆਵੇ ਆਸ ਕਰ, ਜੇ ਪੰਛੀ ਉਹ ਆਸ ਲੈ ਕੇ ਆਉਂਦੇ ਨੇ ਵੀ ਬੜੀ ਸੋਹਣੀ ਚੀਜ਼ ਹੈ, ਬੜੇ ਸੋਹਣੇ ਫੁੱਲ ਆ, ਕੀ ਪਤਾ ਇੱਥੋਂ ਕੁਝ ਮਿਲ ਜਾਵੇ, ਜਾਏ ਨਿਰਾਸੇ ਕਿ ਉਹ ਨਿਰਾਸ਼ ਹੋ ਕੇ ਚਲੇ ਜਾਂਦੇ ਨੇ, ਉਹਨਾਂ ਨੂੰ ਵਿੱਚੋਂ ਕੁਝ ਲੱਭਦਾ ਨਹੀਂ। ਸੋ ਜਿਹੜੇ ਦਿਖਾਵੇ ਵਾਲੇ ਬੰਦੇ ਹੁੰਦੇ ਨੇ ਆਫਨ ਟਾਈਮਸ ਉਹਨਾਂ ਦੇ ਅੰਦਰ ਕੁਝ ਦੇਣ ਯੋਗ ਗੁਣ ਨਹੀਂ ਹੁੰਦਾ। ਮਤਲਬ ਉਹੀ ਗੱਲ ਹੈ ਕਿ ਮਾਣ ਦੇ ਨਾਲ ਤੇ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਜਿੱਤਿਆ ਜਾ ਸਕਦਾ। ਜੇ ਹਉਮੈ ਤਾਂ ਫਿਰ ਲੁਕਸ ਡੋਂਟ ਮੈਟਰ। ਮੈਂ ਇਹਨੂੰ ਹੋਰ ਸ਼ਾਰਟ ਕਰ ਦਿੰਦੀ ਆ ਕਿ ਦੇਖ ਕੇ ਸਾਨੂੰ ਜੱਜ ਨਹੀਂ ਕਰਨਾ ਚਾਹੀਦਾ, ਬੰਦੇ ਦੇ ਗੁਣਾਂ ਨਾਲ ਸਾਂਝ ਹੋਣੀ ਚਾਹੀਦੀ ਹੈ ਕਿ ਗੁਣ ਅਸੀਂ ਲੈਣੇ ਨੇ, ਜਿਹੜੇ ਗੁਣ ਸਾਨੂੰ ਪੋਜ਼ਿਟਿਵ ਲੱਗਦੇ ਨੇ ਉਹ ਆਪਣੇ 'ਚ ਸਾਨੂੰ ਧਾਰਨੇ ਚਾਹੀਦੇ ਨੇ। ਈਕੋ ਸਿੱਖ ਦੀ ਟੀਮ ਤੇ ਮੈਂ ਇਸ ਗੁਰੂ ਗ੍ਰੰਥ ਸਾਹਿਬ ਬਾਗ ਨੂੰ ਘੁੰਮ ਰਹੇ ਸੀ, ਤੁਹਾਨੂੰ ਦੱਸ ਰਹੇ ਸੀ ਕਿ ਕਿਹੜੇ ਬੂਟੇ ਜਿਹੜੇ ਨੇ, ਕਿਹੜਾ ਬਨਸਪਤ ਜਿਹੜਾ ਹੈ ਕਿੱਥੇ ਲੱਗਾ ਔਰ ਕਿੱਥੇ ਦਰਜ ਹੈ। ਅੱਛਾ, ਉਹਦੇ ਚੱਲਦੇ ਚੱਲਦੇ ਹੀ ਸਾਡੇ ਕੋਲੇ ਬਾਬਾ ਜੀ ਨੇ। ਇਹ ਇੱਥੇ ਬਿਨਾਂ ਕਹਿੰਦੇ ਹੁੰਦੇ ਨੇ ਕਿ ਜਦੋਂ ਤੁਸੀਂ ਚੰਗਾ ਕੰਮ ਕਰਦੇ ਆ ਤੇ ਬਹੁਤ ਸਾਰੇ ਲੋਕ ਤੁਹਾਡੇ ਨਾਲ ਜੁੜ ਜਾਂਦੇ ਨੇ। ਸੁਰਜੀਤ ਸਿੰਘ ਜੀ ਨੇ ਔਰ ਨਿਸ਼ਕਾਮ ਸੇਵਾ ਕਰਦੇ ਨੇ ਇਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਸ ਉੱਤੇ ਜਿਹੜਾ ਬਾਗ ਬਣਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਗ, ਉਹਦੀ ਨਿਸ਼ਕਾਮ ਸੇਵਾ ਕਰਦੇ ਨੇ। ਸੁਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਦਾ ਲੱਗਦਾ ਸੇਵਾ ਕਰਕੇ ਇੱਥੇ? ਵਧੀਆ ਆਨੰਦ ਆ ਰਿਹਾ ਜੀ। ਸਵੇਰੇ ਕਿੰਨੇ ਵਜੇ ਆਉਂਦੇ ਹੋ? ਮੈਂ ਨਾ ਸਵੇਰ ਪਹਿਲਾਂ ਤਾਂ ਮੱਥਾ ਟੇਕਣ ਆਉਂਦੇ ਆ, ਠੀਕ ਹੈ ਨਾ। ਫਿਰ ਮੈਂ ਅਸਲੀ ਬੱਸ ਚਲਾਉਂਦਾ ਹੈ 20-30 ਸਾਲਾਂ ਤੋਂ ਜਵਾਕਾਂ ਦੀ। ਹੁਣ ਮੈਂ 10-15-12 ਸਾਲਾਂ ਤੋਂ 10-12 ਦਿਨ ਹੋ ਗਏ। ਇਹ ਮੈਨੂੰ ਕਹਿੰਦੇ ਵੀ ਆਹ ਸੇਵਾ ਸੰਭਾਲ ਜਵਾ, ਬੱਚੇ ਵੀ ਚੱਲ ਕਹਿੰਦੇ ਵੀ ਡੈਡੀ ਇੱਥੇ ਹੀ ਰਹਿ ਹੁਣ ਤੂੰ, ਬਸ ਮਾਲਕ ਦੇ ਦੁਆਰੇ ਤੇ ਸੇਵਾ ਕਰ ਲਿਆ ਕਰ। ਹਾਂਜੀ, ਬੂਟੇ ਦੇਖ ਕੇ ਕਿੱਦਾਂ ਦਾ ਲੱਗਦਾ? ਬਹੁਤ ਮਨ ਜੀ, ਮੈਂ ਕਹਿੰਦਾ ਕੀ ਪੁੱਛਦੇ ਆ ਜੀ, ਬਸ ਦੇਖਦੇ ਹੋ ਬਨਸਪਤੀ, ਤਿਤਲੀਆਂ ਉੜਦੀਆਂ ਕਿਤੇ, ਬਹੁਤ ਜ਼ਿਆਦਾ ਹਜ਼ਾਰਾਂ ਨਾਲ ਜੇ ਤੇ ਪੰਛੀ ਅਡਾਰਾਂ ਆ ਕੇ ਉਤਰਦੀਆਂ ਦਿਨ 'ਚ ਵੀ ਆਵਾਜ਼ ਕੱਢਦੇ ਆਪੋ ਆਪਣੀਆਂ। ਇੱਥੇ ਤਰ੍ਹਾਂ ਤਰ੍ਹਾਂ ਦੇ ਪੰਛੀ ਆ ਗਏ, ਫਿਰ ਐਂ ਕਿ ਬਿਲਕੁਲ ਨਜ਼ਾਰਾ ਬਣਿਆ ਹੋਇਆ। ਬਹੁਤ ਵਧੀਆ ਜੀ। ਹਾਂਜੀ, ਅੱਛਾ, ਤੇ ਪਿੰਡ ਵਾਲੇ ਵੀ ਆਉਂਦੇ ਆ ਸੈਰ ਕਰਨ? ਆਉਂਦੇ ਆ ਥੋੜ੍ਹੇ ਜਿਹਾ, ਜਦੋਂ ਕਿਤੇ ਹੋ ਜਾਂਦਾ ਮਾੜਾ ਮੋਟਾ ਘਾਹ ਜਾ ਫੇਰ ਜੱਕਣ ਲੱਗ ਜਾਂਦੇ, ਕੋਈ ਕਹਿੰਦੇ ਸੱਪ ਆ ਗਿਆ ਉਹ ਫੇਰ ਥੋੜ੍ਹੇ ਜੱਕਣ ਲੱਗ ਜਾਂਦੇ ਆ, ਫਿਰ ਆਉਂਦੇ ਆ ਜੀ। ਹਾਂਜੀ, ਵਾਕਈ ਤੁਸੀਂ ਦੇਖ ਸਕਦੇ ਹੋ ਕਿਉਂਕਿ ਹੁਣ ਜਿੱਥੇ ਅਸੀਂ ਬੈਠੇ ਹੋਏ ਆ ਇਹ ਇੱਕ ਕਿਨਾਰਾ ਆ ਉਸ ਗਾਰਡਨ ਦਾ, ਉਹਦੇ ਪਿੱਛੇ ਜਿਹੜਾ ਆ ਇੱਕ ਪਾਣੀ ਜਿਹੜੀ ਆ ਵਾਟਰ ਬਾਡੀ ਜਿਹੜੀ ਆ ਉਹ ਬਣਾ ਛੱਡੀ ਇਹਨਾਂ ਨੇ। ਇੱਕ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਕੁਦਰਤ ਨੂੰ ਬਹੁਤ ਨੇੜੇ ਲੈ ਆਂਦਾ। ਜਿੱਦਾਂ ਜਿੱਦਾਂ ਅਸੀਂ ਕਹਿੰਦੇ ਕਿ ਅਸੀਂ ਕੁਦਰਤ ਤੋਂ ਦੂਰ ਹੋ ਗਏ ਨਾ, ਉਦੋਂ ਤਾਂ ਸਾਨੂੰ ਬਿਮਾਰੀਆਂ ਨੇ ਬਹੁਤ ਘੇਰ ਲਿਆ। ਸੋ ਇਹ ਕੁਦਰਤ ਦਾ ਖੇਲ ਹੈ ਕਹਿੰਦੇ ਨਹੀਂ, ਕਿਉਂਕਿ ਇਹ ਜਿਹੜੀ ਕਹਾਣੀ ਹੈ ਇਹ ਦਿਖਾਉਣ ਦਾ ਮਕਸਦ ਤੁਹਾਨੂੰ ਇਹ ਹੈ ਕਿ ਬਲਹਾਰੇ ਕੁਦਰਤ ਵਸਿਆ ਆ। ਉਹ ਕੁਦਰਤ ਜਿਹੜੀ ਹੈ ਉਹਦਾ ਅੰਤ ਹੀ ਕੋਈ ਨਹੀਂ ਹੈਗਾ। ਔਰ ਜੇ ਅਸੀਂ ਕੁਦਰਤ ਤੋਂ ਦੂਰ ਚੱਲੇ ਗਏ ਜਾਂ ਕੁਦਰਤ ਨਾਲ ਛੇੜਾਖਾਨੀਆਂ ਕਰਨ ਲੱਗ ਪਏ ਨਾ, ਤਾਂ ਫਿਰ ਕਰੋਨਾ ਵਰਗੀਆਂ ਬਹੁਤ ਸਾਰੀਆਂ ਮਹਾਮਾਰੀਆਂ ਜਿਹੜੀਆਂ ਨੇ ਉਹ ਫਿਰ ਬੂਹੇ ਦੇ ਅੱਗੇ ਖੜੀਆਂ ਨੇ। ਤਾਂ ਤੁਸੀਂ ਹਿਸਾਬ ਲਾ ਸਕਦੇ ਹੋ। ਸੋ ਜਦੋਂ ਵੀ ਟਾਈਮ ਨਿਕਲਦਾ ਆਪਣੇ ਬੱਚਿਆਂ ਨੂੰ ਇੱਥੇ ਨਹੀਂ ਲਿਆ ਸਕਦੇ ਤੇ ਕਿਤੇ ਹੋਰ ਕਿਸੇ ਗਾਰਡਨ, ਕਿਸੇ ਕੁਦਰਤ ਦੇ ਨੇੜੇ ਆਪਣੇ ਘਰ ਲਾਗੇ ਬੂਟਾ ਲਾਓ। ਜਦੋਂ ਤੁਸੀਂ ਬੂਟੇ ਲਾਓਗੇ, ਕੁਦਰਤ ਨੂੰ ਲਾਓਗੇ ਤਾਂ ਕੁਦਰਤ ਤੁਹਾਨੂੰ ਬਹੁਤ ਕੁਛ ਦਊਗੀ। ਅੱਛਾ, ਚਲੋ ਹੁਣ ਜਾਂਦੇ ਜਾਂਦੇ ਈਕੋ ਸਿੱਖ ਵਾਲਿਆਂ ਦਾ ਵੀ ਧੰਨਵਾਦ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਐਕਸਪਲੇਨੇਸ਼ਨ ਮਿਲੀ ਹੈ। ਔਰ ਮੈਨੂੰ ਲੱਗਦਾ ਕਿ ਅਸੀਂ ਦੂਸਰਾ ਟੂਰ ਵੀ ਲਾਵਾਂਗੇ ਜਦੋਂ ਪੂਰਾ ਤਰੀਕੇ ਨਾਲ ਸੈਟਅਪ ਹੋ ਜਾਏਗਾ। ਹਾਂਜੀ ਜ਼ਰੂਰ। ਅਸੀਂ ਧੰਨਵਾਦ ਤੁਹਾਡਾ ਵੀ ਕਿ ਤੁਸੀਂ ਆਏ ਦੂਰੋਂ ਚੱਲ ਕੇ ਇੱਥੇ ਔਰ ਤੁਸੀਂ ਇੱਥੋਂ ਦੇ ਬਾਗ ਦੇ ਦ੍ਰਿਸ਼ ਜਿਹੜੇ ਨੇ ਉਹਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ। ਔਰ ਅਸਲੀ ਧੰਨਵਾਦ ਸਾਡੇ ਲਈ ਇਹ ਹੋਏਗਾ ਜਦੋਂ ਵੱਧ ਤੋਂ ਵੱਧ ਆਡੀਅנס ਹੈ, ਜਿਹੜੀ ਸੰਗਤ ਹੈ, ਉਹ ਆਪਣੇ ਪੈਰ ਜਿਹੜੇ ਨੇ ਉਹ ਇਸ ਬਾਗ ਦੇ ਵਿੱਚ ਪਾਣਗੇ। ਬਿਕੋਜ਼ ਮੇਰਾ ਹਾਲੇ ਵੀ ਇਹੀ ਮੈਸੇਜ ਰਹੇਗਾ ਕਿ ਜੋ ਅਸੀਂ 2017 ਦੇ ਵਿੱਚ ਇਹ ਸੁਪਨਾ ਦੇਖਿਆ ਸੀ ਡਾਕਟਰ ਰਾਜਵੰਤ ਜੀ ਨੇ ਕਿ ਵੀ ਇਹ ਬਾਗ ਹੈ ਉਹ ਜੇ ਅਸੀਂ ਬਣਾਉਣਾ ਹੈ, ਉਹ ਹੁਣ ਅਸੀਂ ਉਹਦੇ ਬੜੇ ਨੇੜੇ ਆ, ਅਸੀਂ ਉਹ ਬਾਗ ਬਣਾ ਲਿਆ। ਸੋ ਹੁਣ ਸਾਡਾ ਅਸਲੀ ਜੋ ਸੁਪਨਾ ਹੈ ਉਹ ਇਹ ਹੈ ਕਿ ਵੱਧ ਤੋਂ ਵੱਧ ਸੰਗਤ ਜਿਹੜੀ ਹੈ ਉਹ ਇੱਥੇ ਪੈਰ ਪਾਵੇ, ਦੁਨੀਆ ਭਰ ਤੋਂ ਆਉਣ ਔਰ ਉਹ ਐਕਸਪੀਰੀਅੰਸ ਕਰਨ ਇਸ ਕੁਦਰਤ ਦੇ ਨਜ਼ਾਰੇ ਨੂੰ ਔਰ ਇਸ ਦ੍ਰਿਸ਼ ਦਾ ਮਾਣ ਜਿਹੜਾ ਹੈ ਉਹ ਮਹਿਸੂਸ ਕਰਨ ਤੇ ਹੋਰਾਂ ਨੂੰ ਵੀ ਦੱਸਣ ਵੀ ਅਸੀਂ ਇਹੋ ਜਿਹਾ ਬਾਗ ਜਿਹੜਾ ਹੈ ਉਹ ਬਣਾਇਆ ਹੈ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਵੀ 58 ਪ੍ਰਜਾਤੀਆਂ ਜਿਹੜੀਆਂ ਅਸੀਂ ਆਮ ਪੜ੍ਹਦੇ ਹਾਂ ਬਾਣੀ ਉਹਦੇ ਵਿੱਚ ਮੈਂਸ਼ਨ ਹੁੰਦੀਆਂ, ਉਹਨਾਂ ਨੂੰ ਅਸੀਂ ਪ੍ਰਤੱਖ ਇੱਥੇ ਦਰਸ਼ਨ ਉਹਨਾਂ ਦੇ ਕਰ ਸਕਦੇ ਹਾਂ ਤੇ ਮਹਿਸੂਸ ਕਰ ਸਕਦੇ ਹਾਂ ਆਪਣੇ ਗੁਰੂ ਨੂੰ। ਪੁੰਜ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਐਕਸਪਲੇਨੇਸ਼ਨ ਦੇ ਲਈ ਔਰ ਸਾਥ ਦੇਣ ਦੇ ਲਈ ਸਾਡਾ। ਧੰਨਵਾਦ ਤੁਹਾਡਾ ਜੀ। ਤੇ ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਇਹੀ ਮੈਸੇਜ ਹੈ ਜੀ ਵੀ ਜਦੋਂ ਇਨੋਗ੍ਰੇਸ਼ਨ ਹੋ ਜਾਂਦੀ ਹੈ ਤੇ ਇਹ ਕੰਮ ਚੱਲਦਾ ਰਹਿਣਾ ਜੀ। ਸਾਰਿਆਂ ਦੇ ਸੁਜੈਸ਼ਨਸ ਵੀ ਵੈਲਕਮ ਨੇ ਤੇ ਤੁਸੀਂ ਸਾਰਿਆਂ ਨੂੰ ਜ਼ਰੂਰ ਇੱਕ ਵਾਰ ਇੱਥੇ ਆਉਣਾ ਚਾਹੀਦਾ, ਇਹਦਾ ਨਜ਼ਾਰਾ ਲੈਣਾ ਚਾਹੀਦਾ ਤੇ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦੇ ਵਿੱਚ ਜੋ ਕੁਦਰਤ ਬਾਰੇ ਮੈਂਸ਼ਨ ਹੈ, ਜੋ ਮੈਸੇਜ ਮਿਲਦਾ, ਉਹ ਤੁਸੀਂ ਆਮ ਪ੍ਰਤੱਖ ਆਪਣੀਆਂ ਅੱਖਾਂ ਨਾਲ ਆਪ ਦੇਖੋ, ਬੈਠੋ, ਮਹਿਸੂਸ ਕਰੋ ਤੇ ਕੁਦਰਤ ਦੇ ਨਜ਼ਾਰੇ ਮਾਣੋ। ਬਹੁਤ ਬਹੁਤ ਸ਼ੁਕਰੀਆ। ਹਾਂਜੀ, ਮੇਰੇ ਸੱਜੇ ਸਾਈਡ ਦੇ
ਸਰਦਾਰ ਜਰਨੈਲ ਸਿੰਘ ਜੀ ਨੇ ਜੀ, ਇਹ ਸਾਡੇ ਸੇਵਾ ਨੇ ਜਿੰਨਾ ਸਿਵਲ ਵਰਕ ਹੋ ਰਿਹਾ ਇੱਥੇ ਉਹ ਸਾਰਾ ਤਕਰੀਬਨ ਇਹਨਾਂ ਦੀ ਦੇਖ ਰੇਖ ਹੁੰਦਾ ਜੀ, ਇਹ ਕਰਵਾਉਂਦੇ ਨੇ। ਇਹ ਸਾਡੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਨੇ ਜੀ, ਸਰਦਾਰ ਮਲਾਗਰ ਸਿੰਘ ਜੀ, ਇਹ ਗੁਰਦੁਆਰੇ ਦੀ ਸੇਵਾ ਸਾਰੀ ਦੇਖਦੇ ਨੇ। ਤੇ ਕੁਦਰਤੀ ਗੱਲ ਆ ਫਿਰ ਇਹ ਵੀ ਗੁਰਦੁਆਰੇ ਦਾ ਇੱਕ ਪਾਰਟ ਆ, ਇੱਧਰ ਵੀ ਸਾਰੀ ਚੀਜ਼ ਸਾਡੀ ਸਹਾਇਤਾ ਕਰਦੇ ਨੇ, ਸਾਨੂੰ ਰਾਹ ਵੀ ਦੱਸਦੇ ਨੇ ਤੇ ਮਾਲੀ ਮਦਦ ਜਿੱਦਾਂ ਵੀ ਮਦਦ ਚਾਹੀਦੀ ਕਰਦੇ ਨੇ। ਇਹ ਵੀਰ ਨਰਦੇਵ ਆ ਜੀ, ਨਰਦੇਵ ਸਿੰਘ, ਇਹ ਖੇਤੀਬਾੜੀ ਇੰਸਪੈਕਟਰ ਨੇ, ਸਾਡੇ ਪਿੰਡ ਤੋਂ ਨੇ ਤੇ ਇਹ ਯੂਥ ਨੂੰ ਨਾਲ ਲੈ ਕੇ ਹਰ ਤਰ੍ਹਾਂ ਦੀ ਸੇਵਾ, ਜਿਹੜਾ ਇਹਨਾਂ ਦਾ ਮਹਿਕਮੇ ਵਾਲਾ ਜਾਂ ਇਹਨਾਂ ਦੇ ਡਿਪਾਰਟਮੈਂਟ ਵਾਲੀ ਸਾਨੂੰ ਲੋੜ ਹੁੰਦੀ ਹੈ ਕਿ ਬੂਟੇ ਨੂੰ ਬਿਮਾਰੀ ਹੈ ਜਾਂ ਕੁਛ ਹੋਰ ਹੈ ਇੱਦਾਂ ਦੀ ਚੀਜ਼, ਉਹ ਸਾਰੀ ਸਹਾਇਤਾ ਫਿਰ ਫਿਜ਼ੀਕਲੀ ਕੰਮ ਬਹੁਤ ਕਰ ਜਾਂਦੇ ਨੇ ਜੀ। ਇਹ ਘਾਹ ਕੱਟਣ ਵਾਲਾ, ਬੂਟੇ ਕੱਟਣੇ ਆ, ਛਾਂਗਣੇ ਆ, ਕੁਛ ਕਰਨਾ ਇੱਦਾਂ ਦੀ ਚੀਜ਼ ਕਾਫੀ ਕਰਾ ਜਾਂਦੇ ਨੇ। ਕਿ ਉਹ ਸੇਵਾਦਾਰ ਨੇ ਜੀ ਸਾਰੇ ਨਾਲ ਬੈਠੇ। ਬਾਕੀ ਹੋਰ ਸੇਵਾਦਾਰ ਇੱਧਰ ਸਾਰੇ ਕੰਮ ਕਰੀ ਜਾਂਦੇ ਨੇ ਜੀ। ਸਰਜੀਤ ਆ ਸਾਡਾ ਮੇਨ ਜਿਹੜਾ ਇੱਥੇ ਸੇਵਾਦਾਰ ਹੈਗਾ ਆ, ਸਰਜੀਤ ਸਿੰਘ ਆ ਜੀ, ਉਹ ਵੀ ਨਾਲ ਆ ਜੀ। ਉਮੀਦ ਹੈ ਕਿ ਤੁਹਾਨੂੰ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਗ ਪਸੰਦ ਆਇਆ ਹੋਵੇਗਾ ਤੇ ਪਤਾ ਲੱਗਿਆ ਹੋਵੇਗਾ ਕਿ ਕੁਦਰਤ ਦਾ ਕਿੰਨਾ ਮਹੱਤਵ ਹੈ ਤੇ ਕੁਦਰਤ ਕਿੰਨੇ ਮਾਇਨੇ ਰੱਖਦੀ ਹੈ ਮਨੁੱਖਤਾ ਦੀ ਹੋਂਦ ਦੇ ਲਈ। ਐਵੇਂ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਦਰਤ ਨੂੰ ਐਡੇ ਵੱਡੇ ਤਰੀਕੇ ਦੇ ਨਾਲ ਮਹੱਤਵ ਦਿੱਤਾ ਗਿਆ। ਸੋ ਮੇਰੀਆਂ ਕੋਸ਼ਿਸ਼ਾਂ ਇਹ ਨੇ ਕਿ ਮੈਂ ਇਦਾਂ ਦੀਆਂ ਸਾਰਥਕ ਕਹਾਣੀਆਂ, ਸਟੋਰੀਆਂ ਤੁਹਾਡੇ ਰੂਬਰੂ ਕਰਦਾ ਰਹਾਂ। ਮੈਂ ਜਤਿੰਦਰ ਸਿੰਘ ਖਹਿਰਾ, ਕੈਮਰਾਮੈਨ ਅਭੀ ਦੇ ਨਾਲ ਮੋਗਾ ਤੋਂ।